ਬਾਈ ਜੀ ਨਵੀਂ DD15 ਚਲਾਉਂਦੇ ਜਾਂ ਬੇਕਾਰ ਮੈਕਸ ਫੋਰਸ ਕਮਿੰਸ ISX ਵੋਲਵੋ ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ ਟਰੱਕ ਸਰਵਿਸਿੰਗ ਵਾਹ ਭਾਈ ਵਾਹ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW ਕੁਇਕ ਟਰੱਕ ਲਿਊਬ ਖੁਸ਼ ਹੋ ਕੇ ਪਰਤੋਗੇ ਮੰਨ ਲਓ 519-622-0660 519-622-0660 QTL because we care. Quick Truck Lube. ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360 652 6066 ਯਾਨੀ 360652 6066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ ਫੋਨ ਨੰਬਰ 6017977354 ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ ਜੀ ਹਾਂ ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ ਹੋਮ ਰਿਟਰਨ ਵਿਦਿਨ 5 ਡੇਜ਼ ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ ਔਰ ਹਾਂ ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ ਵਧੇਰੇ ਜਾਣਕਾਰੀ ਲਈ ਕਾਲ 4034049501 4034049501 Dreamliner Express Company Calgary Alberta Canada ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਖੁੱਲੀਆਂ ਸੜਕਾਂ ਹਰਾ ਭਰਾ ਵਾਤਾਵਰਣ ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ ਸੰਪਰਕ ਕਰੋ 8556002064 ਅਤੇ 8556002071 ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL because we care. Truck Lube. JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ ਇਹ ਇੰਜਨ ਟਰੱਕ ਟ੍ਰੇਲਰ AC ਇਲੈਕਟ੍ਰੀਕਲ DPF DEF ਰਿਪੇਅਰ ਕਰਦੇ ਹਨ ਟਰਾਂਸਮਿਸ਼ਨ ਰੀਅਰ ਐਂਡ ਬ੍ਰੇਕਸ ਆਇਲ ਚੇਂਜ ਕਰ ਦਿੰਦੇ ਹਨ ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7 ਨਵੇਂ ਕਸਟਮਰਸ ਲਈ 10% ਡਿਸਕਾਊਂਟ ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15 ਐਡਰੈਸ 3894 ਰੇਲ ਰੋਡ ਐਵੇਨਿਊ ਯੂਬਾ ਸਿਟੀ ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ ਸ਼ਮਾਦਾਨ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਸਬਜ਼ੀ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਇੱਕ ਹੋਰ ਵਪਾਰਕ ਸੁਨੇਹਾ ਲਵਾਂਗੇ ਸੋ ਵਾਸ਼ਿੰਗਟਨ ਫਰੇਟ ਸਰਵਿਸਿਜ਼ ਜੋ ਟਰੱਕਰਸ ਨੂੰ ਸਿਆਟਲ ਏਰੀਆ ਵਿੱਚ ਲੋਕਲ ਵਰਕ ਦਿੰਦੇ ਹਨ ਤੁਸੀਂ ਆਪਣੇ ਪਰਿਵਾਰ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰ ਸਕਦੇ ਹੋ ਇਹਨਾਂ ਨੂੰ ਓਨਰ ਆਪਰੇਟਰ ਤੇ ਡਰਾਈਵਰ ਚਾਹੀਦੇ ਹਨ ਤੁਹਾਡੀ ਸਹੂਲਤ ਲਈ ਪੰਜਾਬੀ ਤੇ ਇੰਗਲਿਸ਼ ਵਿੱਚ ਵੀ ਡਿਸਪੈਚ ਕੀਤੇ ਜਾਂਦੇ ਹਨ ਕਾਲ J&H
JNH ਐਕਸਪ੍ਰੈਸ ਮਨਮੋਹਨ ਧਾਲੀਵਾਲ 2065500088। ਇਸ ਦੇ ਨਾਲ ਹੀ ਜੇ ਤੁਸੀਂ ਸਾਡੇ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਹੈ ਜੀ 97 801 41 741 ਜੀ। ਸੋ ਇਸ ਦੇ ਨਾਲ ਹੀ ਅਸੀਂ ਆਪ ਸਭ ਜੀ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਪ੍ਰੋਗਰਾਮ ਸ਼ਮਾਦਾਨ ਦੇ ਇਸ ਹਿੱਸੇ ਦੇ ਵਿੱਚ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਰਹਿਣਗੇ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ, ਜੋ ਖਬਰਾਂ ਦੇ ਉੱਤੇ ਗੱਲਬਾਤ ਕਰਨਗੇ ਅਤੇ ਉਹਨਾਂ ਦੇ ਸੱਚਾਈ ਨੂੰ ਸਾਡੇ ਸਾਹਮਣੇ ਲਿਆਉਂਦੇ ਹੋਏ ਹੋਰ ਵੀ ਵੱਡਮੁੱਲੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ ਦਾ ਸਟੂਡੀਓ ਪਹੁੰਚਣ ਦੇ ਉੱਤੇ ਸਵਾਗਤ ਕਰਦੇ ਹਾਂ। ਹਾਂਜੀ, ਧੰਨਵਾਦ ਜੀ। ਸੋ ਇਸ ਦੇ ਨਾਲ ਹੀ ਅਸੀਂ ਖਬਰਾਂ ਦੀ ਵੀ ਸ਼ੁਰੂਆਤ ਕਰਾਂਗੇ। ਸੋ ਖਬਰਾਂ ਬਹੁਤ ਕੀਮਤੀ ਹਨ, ਉਹਨਾਂ ਦੇ ਵਿੱਚੋਂ ਹੀ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਸਾਨੂੰ ਸਾਹਮਣੇ ਆ ਰਹੀ ਹੈ। ਸੋ ਸ਼੍ਰੋਮਣੀ ਅਕਾਲੀ ਦਲ ਬਾਦਲ, ਸੋ ਉਹਨਾਂ ਦੇ ਜੋ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਉਹਨਾਂ ਨੂੰ ਲੱਗਿਆ ਵੱਡਾ ਸਿਆਸੀ ਝਟਕਾ। ਸੋ ਕਿਵੇਂ ਲੱਗ ਗਿਆ ਜੀ ਇਹ ਝਟਕਾ? ਅਸਲ ਦੇ ਵਿੱਚ ਹਰਪ੍ਰੀਤ ਜੀ ਗੱਲ ਕੁਛ ਇਸ ਤਰ੍ਹਾਂ ਹੈ ਕਿ ਸਰਦਾਰ ਇਹ ਜਿਹੜਾ ਸਾਲ ਹੈ 2021 ਦਾ, ਇਹਨੂੰ ਅਸੀਂ ਕਹਾਂਗੇ ਇਲੈਕਸ਼ਨ ਈਅਰ, ਇਲੈਕਸ਼ਨ ਦਾ ਸਾਲ ਹੈ, ਕਿਉਂਕਿ ਅਗਲੇ ਸਾਲ ਚੋਣਾਂ ਹੋ ਜਾਣੀਆਂ ਅਤੇ ਹੁਣ ਅਸੀਂ ਇਸ ਵੇਲੇ 5ਵਾਂ ਮਹੀਨਾ ਪਾਰ ਕਰਨ ਲੱਗੇ ਹਾਂ, 6ਵੇਂ ਮਹੀਨੇ 'ਚ ਆ ਜਾਣਾ ਜੀ। 9ਵੇਂ 10ਵੇਂ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਵੀ ਲੱਗ ਸਕਦਾ ਹੈ ਕੋਡ ਆਫ ਕੰਡਕਟ, ਉਦੋਂ ਤੱਕ ਚੋਣਾਂ ਦਾ ਐਲਾਨ ਹੋ ਜਾਣਾ। ਇਸ ਲਈ ਤੋੜ ਭੱਜ ਸਾਰੀਆਂ ਹੀ ਪਾਰਟੀਆਂ 'ਚ ਹੁੰਦੀ ਹੈ ਜੀ। ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ 2 ਵੱਡੇ ਲੀਡਰ ਹੈ ਜਿਹੜੇ ਉਹਨਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦਿੱਤਾ ਸੀ। ਉਹਨਾਂ ਦੇ ਵਿੱਚੋਂ ਇੱਕ ਦਾ ਨਾਂ ਹੰਸਰਾਜ ਜੋਸ਼ਨ ਹੈ, ਉਹ ਜਲਾਲਾਬਾਦ ਨੂੰ ਬਿਲੋਂਗ ਕਰਦੇ, ਅਤੇ ਦੂਸਰੇ ਹੈਗੇ ਮਹਿੰਦਰ ਸਿੰਘ ਰਣਵਾ ਜੀ। ਮਹਿੰਦਰ ਸਿੰਘ ਰਣਵਾ ਜਿਹੜੇ ਹੈਗੇ ਉਹ ਫਾਜ਼ਿਲਕਾ ਨੂੰ ਬਿਲੋਂਗ ਕਰਦੇ। ਮਹਿੰਦਰ ਸਿੰਘ ਰਣਵਾ ਵੀ MLA ਰਹੇ ਹੈ ਅਤੇ ਹੰਸਰਾਜ ਜੋਸ਼ਨ ਵੀ MLA ਰਹੇ ਹੈ। ਹੰਸਰਾਜ ਜੋਸ਼ਨ ਤਾਂ ਇੱਕ ਵਾਰੀ ਮੇਰਾ ਖਿਆਲ ਵੀ ਮੰਤਰੀ ਵੀ ਬਣ ਗਏ ਸੀ। ਸੋ ਕਿਉਂਕਿ ਹੁਣ ਪੁਰਾਣੇ ਜਿਹੜੇ ਗੁੱਡੀਆਂ ਪਟੋਲੇ ਬਦਲ ਗਏ, ਨਵੇਂ ਹਾਲਾਤਾਂ ਦੇ ਵਿੱਚ ਨਵੇਂ ਲੀਡਰ ਆ ਗਏ ਹੈ। ਜਲਾਲਾਬਾਦ ਦੇ ਉੱਤੇ ਰਮਿੰਦਰ ਸਿੰਘ ਆਮਲਾ, ਹਾਂਜੀ, ਬੜੇ ਲੰਬੇ ਸਮੇਂ ਬਾਅਦ ਕਾਂਗਰਸ ਪਾਰਟੀ ਨੇ ਜਿਮਨੀ ਚੋਣ ਜਿੱਤੀ ਹੈ, ਉੱਥੇ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਸੀਟ ਖਾਲੀ ਕੀਤੀ ਸੀ ਉਹ ਆ ਗਏ, ਇਸ ਕਰਕੇ ਉਹਨਾਂ ਨੂੰ ਕੋਈ ਉੱਥੇ ਉਮੀਦ ਨਹੀਂ। ਇਹੀ ਸਥਿਤੀ ਜਿਹੜੀ ਹੈਗੀ ਹੈ ਰਣਵਾ ਸਾਹਿਬ ਦੀ ਹੈ। ਰਣਵਾ ਸਾਹਿਬ ਵੀ ਕਾਫੀ ਸਮੇਂ ਤੋਂ ਜਿਹੜੇ ਹਾਸ਼ੀ 'ਤੇ ਗਏ ਹੋਏ ਹੈ, ਉਹਨਾਂ ਨੂੰ ਵੀ ਲੱਗਦਾ ਕਿ ਟਿਕਟ ਮੈਨੂੰ ਨਹੀਂ ਮਿਲਣੀ। ਸੋ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਦੋਵਾਂ ਨੇ ਅਲੱਗ-ਅਲੱਗ ਡੇਟਸ ਦੇ ਉੱਪਰ ਅਕਾਲੀ ਦਲ ਜੁਆਇਨ ਕਰ ਲਿਆ ਸੀ। ਅਤੇ ਉਦੋਂ ਸੁਖਬੀਰ ਸਿੰਘ ਬਾਦਲ ਨੇ ਇੱਕ ਬਹੁਤ ਵੱਡੀ ਬੜਕ ਮਾਰੀ ਸੀ। ਉਹਨੇ ਕਿਹਾ ਸੀ ਜੀ ਅਕਾਲੀ ਦਲ ਤਾਂ ਫਿਰੋਜ਼ਪੁਰ 'ਚੋਂ ਖਤਮ ਹੀ ਹੋ ਗਿਆ, ਸਾਰੇ ਲੀਡਰ ਤਾਂ ਸਾਡੇ ਨਾਲ ਆ ਗਏ ਅਤੇ ਰਹਿ ਗਿਆ ਇਕੱਲਾ ਸੁਨੀਲ ਜਾਖੜ ਜੀ। ਕਾਂਗਰਸ ਖਤਮ ਹੋ ਗਈ ਸੀ। ਹਾਂ, ਕਾਂਗਰਸ ਦੇ ਲੀਡਰ ਸਾਰੇ ਖਤਮ ਹੋ ਗਏ ਅਤੇ ਰਹਿ ਗਈ ਇਕੱਲੇ ਸੁਨੀਲ ਜਾਖੜ ਰਹਿ ਗਿਆ। ਸੁਨੀਲ ਜਾਖੜ ਦਾ ਕੀ ਹੈ ਜੀ, ਮਤਲਬ ਇੱਕ ਮਜ਼ਾਕ ਦੀ ਗੱਲ ਕੀਤੀ ਸੀ। ਹੁਣ ਜੋ ਕੁਛ ਉਹਨਾਂ ਨਾਲ ਹੋਇਆ ਕਾਂਗਰਸ ਵਾਲਿਆਂ ਨਾਲ, ਉਹੀ ਕੁਛ ਲਗਭਗ ਜਿਹੜਾ ਹੈ ਅਕਾਲੀ ਦਲ ਨਾਲ ਭਾਣਾ ਕੱਲ ਵਰਤ ਗਿਆ। ਅੱਛਾ ਜੀ। ਉਹ ਭਾਣਾ ਵਰਤਿਆ ਸਮਰਾਲਾ ਸੀਟ 'ਚ ਜੀ। ਸਮਰਾਲਾ ਸੀਟ ਦੇ ਵਿੱਚ ਸਰਦਾਰ ਜਗਜੀਵਨ ਸਿੰਘ ਗਿਲਜੀਆਂ, ਹਾਂਜੀ ਹਾਂਜੀ, ਇਹ ਇੱਕ ਵੱਡਾ ਨਾਂ ਹੈ ਬਿਲਕੁਲ ਜੀ। ਔਰ ਇਸ ਪਰਿਵਾਰ ਦਾ ਨਾਂ ਵੀ ਵੱਡਾ, ਇਹਨਾਂ ਦੇ ਪਿਤਾ ਸ਼੍ਰੀ ਦਾਦਾ ਸਾਰੇ ਜਿਹੜੇ ਹੈ ਅਕਾਲੀ ਦਲ ਦੇ ਨਾਲ ਹੀ ਰਹੇ ਹੈ। ਅਤੇ ਜੇ ਆਪਾਂ ਕਹੀਏ ਕਿ ਜੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਵੱਡਾ ਅਕਾਲੀ ਪਰਿਵਾਰ ਹੈ ਕੋਈ ਤਾਂ ਉਹ ਇਹ ਸੀ ਜੀ। ਇਹਨਾਂ ਨੇ ਵੀ ਕੱਲ ਅਕਾਲੀ ਦਲ ਨੂੰ ਅਲਵਿਦਾ ਕਹਿਤੀ। ਇਕੱਲੀ ਇਹਨਾਂ ਨੇ ਅਲਵਿਦਾ ਨਹੀਂ ਕਹੀ, ਇਹਨਾਂ ਦੇ ਨਾਲ 100 ਦੇ ਕਰੀਬ ਅਹੁਦੇਦਾਰ ਹੈ। ਔਰ ਨਾਲ ਹੀ ਇਹਨਾਂ ਦੀ ਜਿਹੜੀ ਧਰਮ ਪਤਨੀ ਹੈ, ਮੇਰਾ ਖਿਆਲ ਬੀਬੀ ਬਲਜਿੰਦਰ ਕੌਰ, ਉਹ ਇਸਤਰੀ ਅਕਾਲੀ ਦਲ ਦੀ ਕੌਮੀ ਜਨਰਲ ਸਕੱਤਰ ਸੀ, ਉਹਨਾਂ ਨੇ ਵੀ ਅਸਤੀਫਾ ਦਿੱਤਾ। ਅੱਛਾ ਜੀ। ਪਾਰਟੀ ਉਹਨਾਂ ਨੇ ਹਾਲੇ ਕੋਈ ਜੁਆਇਨ ਨਹੀਂ ਕੀਤੀ, ਲੇਕਿਨ ਇਹ ਕਹਿਤਾ ਕਿ ਅਸੀਂ ਅਸਤੀਫਾ ਦਿੱਤਾ। ਇਸੇ ਤਰੀਕੇ ਨਾਲ ਜੇ ਆਪਾਂ ਦੇਖੀਏ ਤਾਂ ਇੱਕ ਹੋਰ ਸੱਜਣ ਹੈ ਜਿਹੜੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੀ ਅਕਾਲੀ ਦਲ ਦੇ ਯੂਥ ਪ੍ਰਧਾਨ, ਉਹਨਾਂ ਦਾ ਨਾਮ ਬਲਜਿੰਦਰ ਸਿੰਘ ਬੱਬਲੂ ਹੈ। ਬਲਜਿੰਦਰ ਸਿੰਘ ਬੱਬਲੂ ਲੋਪੋ ਦੇ ਹੈ ਅਤੇ ਉਹਨਾਂ ਨੇ ਵੀ ਜਿਹੜੀ ਹੈਗੀ ਹੈ ਆਪਣੀ ਪਾਰਟੀ ਛੱਡ ਦਿੱਤੀ, ਅਸਤੀਫਾ ਉਹਨਾਂ ਨੇ ਵੀ ਦੇ ਦਿੱਤਾ। ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਦੋਵਾਂ ਲੀਡਰਾਂ ਨੇ, ਜੋਸ਼ਨ ਸਾਹਿਬ ਨੇ ਅਤੇ ਰਣਵਾ ਸਾਹਿਬ ਨੇ ਅਲੱਗ-ਅਲੱਗ ਡੇਟਸ ਦੇ ਉੱਤੇ ਜਿਹੜਾ ਅਕਾਲੀ ਦਲ ਜੁਆਇਨ ਕੀਤਾ ਹੈ ਜੀ। ਇਹਨਾਂ ਦੋਵਾਂ ਨੇ ਭਾਵੇਂ ਡੇਟ ਇੱਕੋ ਹੀ ਚੁਣੀ ਹੈ, ਲੇਕਿਨ ਪ੍ਰੈਸ ਕਾਨਫਰੰਸਾਂ 2 ਕੀਤੀਆਂ। ਗਿਲਜੀਆਂ ਸਾਹਿਬ ਨੇ ਆਪਣੇ ਘਰ ਕੀਤੀ ਹੈ ਪ੍ਰੈਸ ਕਾਨਫਰੰਸ, ਔਰ ਬੱਬਲੂ ਜੀ ਨੇ ਇੱਕ ਅਲੱਗ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਜੀ ਅਸੀਂ ਵੀ ਅਕਾਲੀ ਦਲ ਨੂੰ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਜੀ। ਬੱਬਲੂ ਹੋਰਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਛੱਡਿਆ, ਅਤੇ ਉਹਨਾਂ ਨੇ ਕਿਹਾ ਕਿ ਜਿਹੜੇ ਬੰਦੇ ਨੂੰ ਇਸ ਵੇਲੇ ਹਲਕਾ ਇੰਚਾਰਜ ਲਾਇਆ ਹੈ ਉਹਨਾਂ ਦਾ ਨਾਂ ਹੈਗਾ ਸਰਦਾਰ ਪਰਮਜੀਤ ਸਿੰਘ ਢਿੱਲੋਂ। ਇਹ ਜਿਹੜੇ ਹੈਗੇ ਹੈ ਇਹ ਤਾਂ ਇਹ ਤੋਂ ਪਹਿਲਾਂ 4 ਪਾਰਟੀਆਂ ਬਦਲ ਚੁੱਕੇ ਹੈ।
ਜੀ 4 ਪਾਰਟੀਆਂ ਬਦਲ ਚੁੱਕੇ ਬੰਦੇ ਨੂੰ ਜੇ ਹਲਕਾ ਇੰਚਾਰਜ ਲਾ ਦਿੱਤਾ, ਉਹਨੂੰ ਕੱਲ ਨੂੰ ਅਕਾਲੀ ਦਲ ਦੀ ਟਿਕਟ ਵੀ ਦੇਣੀ ਹੈ ਇਸ ਹਲਕੇ ਤੋਂ, ਤੇ ਫਿਰ ਸਾਨੂੰ ਤਾਂ ਇਸ ਪਾਰਟੀ ਦੇ ਵਿੱਚ ਰਹਿਣ ਦਾ ਕੋਈ ਮਕਸਦ ਹੀ ਦਿਖਦਾ ਨਹੀਂਗਾ। ਔਰ ਜਗਜੀਵਨ ਸਿੰਘ ਖੀਰਨੀਆਂ ਨੇ ਵੀ ਇਹੀ ਗੱਲ ਕਹੀ ਹੈ। ਖੀਰਨੀਆਂ ਸਾਹਿਬ ਕਹਿੰਦੇ ਕਿ ਸਾਡਾ ਪਰਿਵਾਰ ਟਕਸਾਲੀ ਪਰਿਵਾਰ, ਔਰ ਮੈਂ ਜਿਹੜੀ ਹੈਗੀ ਇੱਕ ਵਾਰੀ ਮੈਨੂੰ ਟਿਕਟ ਦਿੱਤੀ ਸੀ ਤੇ ਉਹ ਟਿਕਟ ਮੈਂ 15,000 ਦੇ ਮਾਰਜਨ ਨਾਲ ਜਿੱਤੀ ਸੀ। ਔਰ 15,000 ਦੇ ਮਾਰਜਨ ਨਾਲ ਜਿੱਤਣ ਤੋਂ ਬਾਅਦ ਭਾਵੇਂ ਬਾਅਦ ਦੇ ਵਿੱਚ ਮੈਨੂੰ ਟਿਕਟ ਨਹੀਂ ਦਿੱਤੀ, ਅਕਾਲੀ ਦਲ ਨੇ ਜਿਸ ਕਿਸੇ ਨੂੰ ਵੀ ਟਿਕਟ ਦਿੱਤੀ ਸੀ ਤੇ ਉਹਨਾਂ ਦੀ ਮੈਂ ਡਟਵੀਂ ਹਮਾਇਤ ਕਰਦਾ ਰਿਹਾ। ਮੇਰੇ ਖਿਲਾਫ ਕਦੇ ਕੰਪਲੇਂਟ ਨਹੀਂ ਆਈ ਕਿ ਜੀ ਮੈਂ ਅਕਾਲੀ ਦਲ ਦਾ ਵਿਰੋਧ ਕੀਤਾ ਹੈ। ਸੋ ਜੇ ਮੇਰੀ ਜਗ੍ਹਾ ਦੇ ਉੱਤੇ ਕੋਈ ਹੋਰ ਬੰਦਾ ਲਿਆਉਣਾ ਤਾਂ ਫਿਰ ਮੈਨੂੰ ਵੀ ਇੱਥੇ ਰਹਿਣ ਦਾ ਕੀ ਫਾਇਦਾ। ਉਹਨਾਂ ਨੇ ਕਿਹਾ ਕਿ 100 ਅਹੁਦੇਦਾਰਾਂ ਨੇ ਮੇਰੇ ਨਾਲ ਜਿਹੜੀ ਮਿਲ ਕੇ ਅਕਾਲੀ ਦਲ ਨੂੰ ਫਤਿਹ ਬੁਲਾਈ ਹੈ, ਇਹ 100 ਅਹੁਦੇਦਾਰ ਤੇ ਇਲਾਕੇ ਦੇ ਜਿਹੜੇ ਅਕਾਲੀ ਹੈ ਉਹ ਇਹ ਚਾਹੁੰਦੇ ਆ ਕਿ ਹੁਣ ਅਸੀਂ ਅਕਾਲੀ ਦਲ ਦੇ ਵਿੱਚ ਨਾ ਰਹੀਏ। ਕਰਨਾ ਕੀ ਅੱਗੇ ਉਹਦਾ ਫੈਸਲਾ ਤਾਂ ਕਹਿੰਦਾ ਸੀ ਆਪਣੇ ਵਰਕਰਾਂ ਨਾਲ ਰਾਏ ਮਸ਼ਵਰਾ ਕਰਕੇ ਕਰਾਂਗੇ, ਲੇਕਿਨ ਇੱਕ ਗੱਲ ਸਪਸ਼ਟ ਹੈ ਕਿ ਮੈਂ ਚੋਣ ਜ਼ਰੂਰ ਲੜੂੰਗਾ ਜੀ। ਔਰ ਜੇ ਆਪਾਂ ਦੇਖੀਏ ਪਰਮਜੀਤ ਸਿੰਘ ਢਿੱਲੋਂ ਜਿਨ੍ਹਾਂ ਨੂੰ ਜੁਆਇਨ ਕਰਵਾਇਆ ਉਹ ਹੈ ਕੌਣ? ਉਹ ਹੈਗੇ ਜੀ ਸਰਦਾਰ ਅਮਰੀਕ ਸਿੰਘ ਢਿੱਲੋਂ, ਇੱਕ ਬਹੁਤ ਵੱਡੇ ਸ਼ਰਾਬ ਦੇ ਠੇਕੇਦਾਰ ਹੈ ਜੀ, ਔਰ ਬੜੇ ਸੀਨੀਅਰ ਕਾਂਗਰਸੀ ਹੈ। ਬੜੇ ਲੰਬੇ ਸਮੇਂ ਤੋਂ ਉਹ ਸਮਰਾਲਾ ਹਲਕੇ ਤੋਂ ਰਾਜਨੀਤੀ ਕਰਦੇ ਆ ਰਹੇ ਹੈ। ਉੱਥੋਂ MLA ਵੀ ਬਣਦੇ ਆ ਰਹੇ ਹੈ, ਕਦੇ ਉਹ ਵਜ਼ੀਰ ਵੀ ਰਹੇ ਹੈ, ਕਈ ਵਾਰੀ ਉਹ ਮਤਲਬ ਜਿਹੜੇ ਹੈ ਹਾਰ ਵੀ ਜਾਂਦੇ ਆ, ਲੇਕਿਨ ਉਹਨਾਂ ਦਾ ਉਸ ਹਲਕੇ ਦੇ ਉੱਤੇ ਪੂਰਾ ਜਿਹੜਾ ਮਜ਼ਬੂਤ ਉਹਨਾਂ ਦੀ ਪਕੜ ਹੈਗੀ। ਬਿਲਕੁਲ। ਔਰ ਇਹ ਪਰਮਜੀਤ ਸਿੰਘ ਢਿੱਲੋਂ ਉਹਨਾਂ ਦੇ ਭਰਾ ਦਾ ਗਾਂ ਜਾਂ ਪਤਾ ਨਹੀਂ ਉਹਨਾਂ ਦੇ ਭਰਾ ਦਾ ਪੋਤਰਾ ਹੈ, ਇੱਕੋ ਪਰਿਵਾਰ ਦੇ ਵਿੱਚ। ਤਾਂ ਇਸ ਗੱਲ ਨੂੰ ਲੈ ਕੇ ਜਿਹੜੇ ਅਕਾਲੀ ਹੈ ਉਹ ਕਾਫੀ ਖਫਾ ਹੈ ਵੀ ਜੇ ਕਾਂਗਰਸੀਆਂ ਨੂੰ ਟਿਕਟਾਂ ਦੇਣੀਆਂ ਤਾਂ ਫਿਰ ਸਾਡਾ ਇੱਥੇ ਰਹਿਣ ਦਾ ਕੀ ਫਾਇਦਾ। ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਖਬਰ ਹੋਰ ਵੀ ਦੱਸਦਾ ਕਿ ਕੱਲ੍ਹ ਅਕਾਲੀ ਦਲ ਵਾਲਿਆਂ ਨੇ ਇੱਕ ਐਲਾਨ ਕੀਤਾ ਸੀ, ਪਰਸੋਂ ਕੱਲ੍ਹ ਦੀਆਂ ਅਖਬਾਰਾਂ 'ਚ ਛਪ ਗਿਆ ਸੀ ਕਿ ਉਹਨਾਂ ਨੇ ਜੀ ਅਕਾਲੀ ਦਲ ਦੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਹੈ ਜੀ। ਤੇ ਨਵੇਂ ਦਾ ਅਹੁਦੇਦਾਰ ਜਿਹੜੇ ਆ ਉਹ ਵੀ ਥੋਕ ਦੇ ਭਾਅ 'ਚ ਹੀ ਬਣਾਏ। ਅੱਛਾ ਜੀ। ਬਹੁਤ ਵੱਡੀ ਜਿਹੜੀ ਹੈਗੀ ਹੈ ਜੀ, ਕਹਿੰਦੇ ਉਹ ਜਿਹੜੀ ਹੈਗੀ ਹੈ ਪੋਲੀਟੀਕਲ ਅਫੇਅਰਸ ਕਮੇਟੀ ਵੀ ਬੜੀ ਵੱਡੀ ਤਾਦਾਦ ਦੇ ਵਿੱਚ ਬਣਾ ਦਿੱਤੀ, ਮੀਤ ਪ੍ਰਧਾਨ ਵੀ ਬਣਾਤੇ, ਜਨਰਲ ਸਕੱਤਰ ਵੀ ਬਣਾਤੇ ਵਗੈਰਾ ਵਗੈਰਾ। ਹਾਂਜੀ। ਤੇ ਇੱਕ ਮੀਤ ਪ੍ਰਧਾਨ ਬਣਾਇਆ ਜੀ ਸਰਦਾਰ ਕਰਨੈਲ ਸਿੰਘ ਪੰਜੋਲੀ ਨੂੰ। ਅੱਛਾ ਜੀ। ਸਰਦਾਰ ਕਰਨੈਲ ਸਿੰਘ ਪੰਜੋਲੀ ਇਹ ਫਤਿਹਗੜ੍ਹ ਸਾਹਿਬ ਦੇ ਇਲਾਕੇ ਨੂੰ ਬਿਲੋਂਗ ਕਰਦੇ ਹੈ, ਉਸ ਇਲਾਕੇ ਦੇ ਵਿੱਚ, ਔਰ ਬੜੇ ਟਕਸਾਲੀ ਅਕਾਲੀ ਵਰਕਰ ਹੈ ਜੀ। ਇਹਨਾਂ ਨੇ ਬੜਾ ਤਸ਼ੱਦਦ ਵੀ ਚੱਲਿਆ ਉਹ ਟਾਈਮ ਜਦੋਂ ਕਾਲਾ ਦੌਰ ਹੁੰਦਾ ਸੀ ਪੰਜਾਬ ਦੇ ਵਿੱਚ। ਇਹਨਾਂ ਨੂੰ ਤੇ ਇਹਨਾਂ ਦੀ ਧਰਮ ਪਤਨੀ ਨੂੰ ਫੜ ਕੇ ਦੋਵਾਂ ਨੂੰ ਬਟਾਲੇ ਦੇ ਵਿੱਚ ਇੱਕ ਬੀਕੋ ਇੰਟਰੋਗੇਸ਼ਨ ਸੈਂਟਰ ਹੁੰਦਾ ਸੀ। ਅੱਛਾ ਜੀ। ਬੀਕੋ ਇੱਕ ਫੈਕਟਰੀ ਸੀ, ਫੈਕਟਰੀ ਦਾ ਨਾਂ ਸੀ ਬੀਕੋ। ਉਹ ਫੈਕਟਰੀ ਬੰਦ ਹੋ ਗਈ ਸੀ, ਪੁਲਿਸ ਨੇ ਉਹਦੇ ਤੇ ਆਪਦਾ ਜਿਹੜਾ ਇੰਟਰੋਗੇਸ਼ਨ ਸੈਂਟਰ ਬਣਾ ਲਿਆ ਸੀ। ਔਰ ਪੰਜਾਬ ਦੇ ਵਿੱਚ ਇੱਕ ਬੜਾ ਬਦਨਾਮ ਪੁਲਿਸ ਅਫਸਰ ਹੁੰਦਾ ਸੀ ਜਿਹੜਾ ਇਹਨੂੰ ਤਸ਼ੱਦਦ ਕਰਨ ਵਾਲਾ ਜਾਣਿਆ ਜਾਂਦਾ ਸੀ, ਗੋਬਿੰਦ ਰਾਮ। ਅੱਛਾ ਜੀ। ਉਹ ਉਹਨਾਂ ਦਿਨਾਂ 'ਚ ਬਟਾਲਾ ਦਾ SSP ਲੱਗਿਆ ਹੁੰਦਾ ਸੀ ਤੇ ਇਹਨਾਂ ਦੋਵਾਂ ਮੀਆਂ ਬੀਬੀ ਨੂੰ, ਸਰਦਾਰ ਕਰਨੈਲ ਸਿੰਘ ਪੰਜੋਲੀ ਨੂੰ ਤੇ ਇਹਨਾਂ ਦੀ ਧਰਮ ਪਤਨੀ ਨੂੰ ਉੱਥੇ ਰੱਖ ਕੇ ਇੰਟੈਰੋਗੇਟ ਕੀਤਾ ਗਿਆ ਸੀ, ਬਹੁਤ ਜ਼ਿਆਦਾ ਟੌਰਚਰ ਕੀਤਾ ਸੀ। ਅੱਛਾ ਜੀ। ਇਹ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਕਰੀਬੀ ਬੰਦੇ ਹੈ। ਔਰ ਟੌੜਾ ਸਾਹਿਬ ਦੇ ਜ਼ਮਾਨੇ ਦੇ ਵਿੱਚ ਇਹਨਾਂ ਤੋਂ ਟੌੜਾ ਸਾਹਿਬ ਪੰਥਕ ਸੇਵਾ ਜੋ ਇਹਨਾਂ ਦੀ ਲਾਉਂਦੇ ਹੁੰਦੇ ਸੀ, ਡਿਊਟੀ ਲਾਉਂਦੇ ਸੀ, ਇਹਨਾਂ ਨੇ ਬੜੀ ਇਮਾਨਦਾਰੀ ਨਾਲ ਉਹ ਸੇਵਾ ਕੀਤੀ ਹੈ। ਔਰ ਉਹ ਮੈਂ ਹੁਣ ਪੜ੍ਹ ਰਿਹਾ ਸੀ ਉਹਨਾਂ ਦੀ ਫੇਸਬੁੱਕ ਦੇ ਉੱਤੇ, ਉਹ ਕਹਿੰਦੇ ਜੀ ਮੈਂ ਇਹਨੂੰ ਬੜੀ ਹੈਰਾਨੀ ਹੋਈ ਕਿ ਮੈਂ ਕੱਲ੍ਹ ਜਦੋਂ ਆਪਣੀ ਅਖਬਾਰ ਪੜ੍ਹੀ ਤੇ ਮੇਰੀ ਅਖਬਾਰ ਦੇ ਵਿੱਚ ਕਹਿੰਦੇ ਵੀ ਇਹ ਲੱਗਿਆ ਪਿਆ ਕਿ ਪੰਜੋਲੀ ਸਾਹਿਬ ਨੂੰ, ਕਰਨੈਲ ਸਿੰਘ ਪੰਜੋਲੀ ਨੂੰ ਵੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਤਾ ਜੀ। ਉਹ ਕਹਿੰਦਾ ਮੈਂ ਹੈਰਾਨ ਹੈ ਕਿ ਮੈਨੂੰ ਕਿਵੇਂ ਬਣਾਤਾ। ਇਹ ਤਾਂ ਕਹਿੰਦਾ ਕੋਈ ਕਰਾਮਾਤ ਹੋ ਗਈ ਜੀ, ਕੋਈ ਕਰਾਮਾਤ ਹੋ ਗਈ। ਕਹਿੰਦਾ ਕਰਾਮਾਤ ਤੋਂ ਘੱਟ ਕੁਛ ਵੀ ਨਹੀਂ। ਔਰ ਉਹਨਾਂ ਨੇ ਆਪਣੀ ਸੇਵਾ ਦਾ ਵੇਰਵਾ ਦਿੰਦਾ ਰਿਹਾ ਕਿ ਮੈਂ ਆਪਣੀ ਸੇਵਾ ਵੀ ਕੀਤੀ ਹੈ। ਤੇ ਇੱਕ ਬਹੁਤ ਉਹਨਾਂ ਨੇ ਕੰਮ ਦੀ ਗੱਲ ਕਹੀ ਹੈ, ਉਹ ਕਹਿੰਦੇ ਅਕਾਲੀ ਦਲ ਨੂੰ ਇਸ ਵੇਲੇ ਜਿਹੜੀ ਹੈਗੀ ਅਹੁਦੇਦਾਰਾਂ ਦੀ ਲੋੜ ਨਹੀਂ। ਅੱਛਾ। ਅਕਾਲੀ ਦਲ ਜਿਹੜੀ ਪੰਥਕ ਜਮਾਤ ਹੁੰਦੀ ਸੀ, ਪੰਥਕ ਪੋਲੀਟੀਕਲ ਆਰਗੇਨਾਈਜੇਸ਼ਨ ਹੁੰਦੀ ਸੀ, ਉਹ ਪੰਥਕ ਪੋਲੀਟੀਕਲ ਆਰਗੇਨਾਈਜੇਸ਼ਨ ਨਹੀਂ ਰਹੀ। ਅੱਜ ਅਕਾਲੀ ਦਲ ਦੇ ਵਿੱਚ ਪੰਥਕ ਦੀ ਬਜਾਏ ਗੈਰ ਪੰਥਕ ਲੋਕਾਂ ਦਾ ਬੋਲਬਾਲਾ ਹੈ ਜੀ। ਉਹ ਕਹਿੰਦੇ ਵੀ ਮੈਨੂੰ ਤਾਂ ਇਹ ਲੱਗਦਾ ਕਰਾਮਾਤ ਹੋ ਗਈ, ਕੋਈ ਮੈਨੂੰ ਮੀਤ ਪ੍ਰਧਾਨ ਬਣਾਤਾ ਬਸ, ਲੇਕਿਨ ਮੈਨੂੰ ਮੀਤ ਪ੍ਰਧਾਨ ਦੀ ਖੁਸ਼ੀ ਕੋਈ ਨਹੀਂ ਜੀ। ਰਿਜ਼ਾਈਨ ਭਾਵੇਂ ਉਹਨਾਂ ਨੇ ਨਹੀਂ ਦਿੱਤਾ, ਲੇਕਿਨ ਉਹਨਾਂ ਨੇ ਆਪਣਾ ਪ੍ਰਤੀਕਰਮ ਪ੍ਰਗਟ ਕਰ ਦਿੱਤਾ ਕਿ ਇਸ ਵੇਲੇ ਅਕਾਲੀ ਦਲ ਦੇ ਵਿੱਚ ਸਭ ਕੁਝ ਠੀਕ ਠਾਕ ਨਹੀਂ। ਔਰ ਇਹਦੇ 'ਚ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਅਕਾਲੀ ਦਲ ਦੀ ਜਿਹੜੀ ਇਹ ਸਥਿਤੀ ਹੈ, ਜਿਹੜੀ ਅੱਜ ਦੀ ਆਪਾਂ ਗੱਲ ਕਰ ਰਹੇ ਹਾਂ, ਹਾਲਤ ਤਾਂ ਕੋਈ ਕਾਂਗਰਸ ਦੀ ਵੀ ਚੰਗੀ ਨਹੀਂ ਗੀ। ਕਾਂਗਰਸ ਦੀ ਹਾਲਤ ਵੀ ਮਾੜੀ ਹੈ। ਜੇ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦੀ ਹਾਲਤ ਦੇਖੀਏ ਤਾਂ ਕੋਈ ਵੀ ਪੋਲੀਟੀਕਲ ਪਾਰਟੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਬਹੁਤ ਵੱਡਾ ਮਾਰਕਾ ਮਾਰ ਦੂਗੀ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ। ਹਾਲਾਤ ਤਾਂ ਭਾਵੇਂ ਕੁਛ ਵੀ ਬਣ ਜਾਣ। ਅੱਜ ਦੀ ਘੜੀ ਜੇ ਆਪਾਂ ਦੇਖੀਏ ਤਾਂ 3 ਪੋਲੀਟੀਕਲ ਪਾਰਟੀਆਂ ਪੰਜਾਬ ਦੇ ਵਿੱਚ, 4 ਹੈ ਵੈਸੇ ਜਿਨ੍ਹਾਂ ਨੂੰ ਆਪਾਂ ਗਿਣਤੀ ਮਿੰਤੀ 'ਚ ਲੈਂਦੇ ਹਾਂ।
ਚਾਰਾਂ ਦੇ ਵਿੱਚੋਂ ਕੋਈ ਭਾਰਤੀ ਜਨਤਾ ਪਾਰਟੀ ਹੈ। ਭਾਰਤੀ ਜਨਤਾ ਪਾਰਟੀ ਦਾ ਪਹਿਲਾਂ ਹੀ ਆਪਾਂ ਦੇਖ ਲਿਆ ਕਿ ਮਿਊਨਿਸਪਲ ਕਮੇਟੀ ਦੀਆਂ ਚੋਣਾਂ 'ਚ ਤਾਂ ਉਹਨਾਂ ਤੋਂ ਬੰਦੇ ਹੀ ਨਹੀਂ ਖੜੇ ਕੀਤੇ ਗਏ, ਕੈਂਡੀਡੇਟ ਨਹੀਂ ਮਿਲੇ ਸੀ ਜੀ। ਅੱਗੇ 117 ਕੈਂਡੀਡੇਟ ਉਹਨਾਂ ਨੇ ਖੜੇ ਕਰਨੇ, ਉਹ ਕੈਂਡੀਡੇਟ ਕਿੱਥੋਂ ਲੈ ਕੇ ਆਉਣਗੇ ਇਹ ਉਹੀ ਜਾਣਦੇ। ਅਗਲੇ ਉਹ ਤੋਂ ਬਾਅਦ ਰਹਿ ਗਿਆ ਅਕਾਲੀ ਦਲ। ਅਕਾਲੀ ਦਲ ਦੀ ਜਿਹੜੀ ਹੈਗੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ, ਉਹ ਵੀ ਉਹਨਾਂ ਦੇ ਜਿਹੜਾ ਗਲੇ ਦੀ ਹੱਡੀ ਬਣਿਆ ਹੋਇਆ। ਬਿਲਕੁਲ ਉਹ ਮਸਲਾ ਜਿਹੜਾ ਹੈਗਾ ਕਿਸੇ ਤਨ ਪੱਤਰ ਨਹੀਂ ਲੱਗਦਾ। ਤੇ ਜਿਵੇਂ ਹੁਣ ਹਾਈ ਕੋਰਟ ਦੇ ਵਿੱਚੋਂ SIT ਰੱਦ ਕੀਤੀ ਹੈ, ਜਿਹੜੀਆਂ 4 ਸੀਟਸ ਰੱਦ ਕੀਤੀਆਂ, ਤੇ ਮਾਣਯੋਗ ਜੱਜ ਸਾਹਿਬ ਨੇ ਕਹਿਤਾ ਸੀ ਕਿ ਚੀਫ ਮਿਨਿਸਟਰ ਨੇ ਜੇ DGP ਨਾਲ ਗੱਲ ਕਰ ਲਈ ਤੇ ਕਿੱਡੀ ਕੁ ਵੱਡੀ ਗੱਲ ਹੈ, ਇਹੋ ਜਿਹੇ ਹਾਲਾਤਾਂ ਵਿੱਚ ਉਹ ਕਰ ਹੀ ਸਕਦੇ ਹੈ। ਉਹਨਾਂ ਨੂੰ ਇੱਕ ਕਿਸਮ ਦੀ ਕਲੀਨ ਚਿੱਟ ਦਿੱਤੀ ਤੇ ਉਸ ਤੋਂ ਬਾਅਦ ਇਹਨਾਂ ਨੇ ਬਾਗੀਆਂ ਪਾਉਣੀਆਂ ਸ਼ੁਰੂ ਕਰਤੀਆਂ ਸੀ, ਖੁਸ਼ੀ ਮਨਾਉਣੀ ਸ਼ੁਰੂ ਕਰਤੀ ਸੀ, ਤੇ ਉਹਦਾ ਪ੍ਰਤੀਕਰਮ ਉਲਟ ਹੋਇਆ। ਇਹ ਅਕਾਲੀ ਦਲ ਦੀ ਸਥਿਤੀ ਹੈ। ਜੇ ਆਮ ਆਦਮੀ ਪਾਰਟੀ ਦੀ ਦੇਖੀਏ ਤਾਂ ਆਮ ਆਦਮੀ ਪਾਰਟੀ ਦੀਆਂ ਖਬਰਾਂ ਵੀ ਬਹੁਤ ਅਜੀਬੋ ਗਰੀਬ ਆ ਰਹੀਆਂ। ਕੱਲ ਇੱਕ ਖਬਰ ਸਾਰਾ ਦਿਨ ਜਿਹੜੀ ਹੈਗੀ ਉਹ ਤੁਰੀ ਫਿਰਦੀ ਰਹੀ ਹੈ, ਜਿਹਦੇ ਮੁਤਾਬਕ ਇਹ ਗੱਲ ਆ ਰਹੀ ਸੀ ਜੀ, ਸਰਦਾਰ ਸੁਖਪਾਲ ਸਿੰਘ ਖਹਿਰਾ ਜਿਹੜੇ ਕਿਸੇ ਵੇਲੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ, ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆਗੂ ਹੁੰਦੇ ਸੀ। ਹਾਂਜੀ। ਭਾਵੇਂ ਫਿਰ ਉਹਨਾਂ ਨੇ ਆਪਣੀ ਪਾਰਟੀ ਪੰਜਾਬੀ ਪਾਰਟੀ ਬਣਾ ਲਈ ਸੀ, ਪੰਜਾਬੀ ਏਕਤਾ ਪਾਰਟੀ, ਤੇ ਹੁਣ ਕਹਿੰਦੇ ਜੀ ਉਹ ਵੀ ਕਾਂਗਰਸ ਪਾਰਟੀ ਜਾਣ ਨੂੰ ਤਿਆਰ ਹੈ। ਇਹ ਚਰਚਾ ਚੱਲ ਰਹੀ ਹੈ ਜੀ। ਅੱਜ ਮੈਂ ਮਤਲਬ ਹਾਂਜੀ ਘਰ ਵਾਪਸੀ। ਅੱਜ ਮੈਂ ਇੱਕ ਹੋਰ ਅਖਬਾਰ ਦੇ ਵਿੱਚ ਪੜ੍ਹ ਰਿਹਾ ਸੀ ਕਿ ਜਿਹੜੇ ਆ ਕਮਾਲੂ ਸਾਹਿਬ ਹੈ ਜੀ, ਆਪਣੇ ਮੌੜ ਹਲਕੇ ਤੋਂ ਉਹਨਾਂ ਦੀ ਵੀ ਕਹਿੰਦੇ ਜੀ ਤਿਆਰੀ ਹੈ। ਉਹ ਵੀ ਕਹਿੰਦੇ ਜੱਕਾ ਤੱਕੀ ਜੀ ਕਰੀ ਜਾਂਦੇ ਵੀ ਕਾਂਗਰਸ ਪਾਰਟੀ 'ਚ ਕਿਉਂ ਨਾ ਚਲਾ ਜਾਵੇ। ਉਹਨਾਂ ਨੇ ਬੰਨ ਲਿਆ, ਉਹਨਾਂ ਨੇ ਵੀ ਆਪਣਾ ਕਹਿੰਦੇ ਜੀ ਬਿਸਤਰਾ ਬੁਸਤਰਾ ਪੂਰੇ ਦਾ ਸਮਾਨ ਬੰਨਿਆ ਹੋਇਆ ਜੀ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਫਿਰ ਪਾਰਟੀ ਕਿਹੜੀ ਰਹਿ ਗਈ? ਕਾਂਗਰਸ ਪਾਰਟੀ ਦਾ ਵੀ ਹਾਲ ਬੁਰਾ, ਇਹਨਾਂ ਦਾ ਵੀ ਬੁਰਾ ਹਾਲ ਹੈ। ਜੇ ਆਪਾਂ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੀ ਰਾਜਨੀਤਿਕ ਸਥਿਤੀ ਹੈ ਇਸ ਵੇਲੇ ਉਹ ਗੈਰ ਯਕੀਨੀ ਵਾਲੀ ਬਣੀ ਹੋਈ ਹੈ। ਬਿਲਕੁਲ ਜੀ। ਮਤਲਬ ਰਾਜਨੀਤੀ ਦੇ ਪੱਖੋਂ ਲਗਾਤਾਰ ਨੇਤਾਵਾਂ ਦੀ ਵੀ ਘਾਟ ਹੈ ਤੇ ਰਣਨੀਤੀ ਦੇ ਪੱਖੋਂ ਵੀ ਪੰਜਾਬ ਹੈ ਜਿਹੜਾ ਬਹੁਤ ਪਛੜ ਰਿਹਾ ਹੈ। ਸੋ ਹਾਲਾਂਕਿ ਇੱਦਾਂ ਨਹੀਂ ਹੋਣਾ ਚਾਹੀਦਾ। ਸੋ ਇਸ ਤੋਂ ਅਗਲੀ ਅਸੀਂ ਗੱਲਬਾਤ ਕਰਨੀ ਚਾਹਾਂਗੇ ਲਾਲਾ ਰਾਮਦੇਵ। ਸੋ ਵਿਰੋਧੀਆਂ ਨੂੰ ਚੁਣੌਤੀ, ਸੋ ਕੀ ਹੈ ਜੀ ਮਸਲਾ ਇਹ? ਸੋ ਜਿਹੜਾ ਕਿ ਪਹਿਲਾਂ ਤਾਂ ਯੋਗਾ ਕਰਾਉਣਾ ਸੀ, ਪਰ ਯੋਗਾ ਦੀ ਬਜਾਏ ਅੱਜ ਕੱਲ੍ਹ ਉਹ ਕੁਝ ਹੋਰ ਹੀ ਆਸਣ ਕਰਦਾ ਰਹਿੰਦਾ ਅਤੇ ਵਾਰ-ਵਾਰ ਜਿਹੜੀ ਉਹਦੀ ਜ਼ੁਬਾਨ ਹੀ ਹੈ ਜਿਹੜੀ ਉਹ ਕਿਤੇ ਨਾ ਕਿਤੇ ਕੁਝ ਨਾ ਕੁਝ ਕਹਿ ਦਿੰਦੀ ਹੈ ਜੀ। ਬਿਲਕੁਲ ਜੀ। ਲਾਲਾ ਰਾਮਦੇਵ ਦੇ ਖਿਲਾਫ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜਿਹੜੇ ਹੈਗੇ ਜਨਰਲ ਸੈਕਟਰੀ ਡਾਕਟਰ ਜਯੇਸ਼ ਲੈਲੇ ਜੀ, ਉਹਨਾਂ ਨੇ IP ਐਸਟੇਟ ਥਾਣਾ ਦਿੱਲੀ ਦੇ ਵਿੱਚ ਇੱਕ ਸ਼ਿਕਾਇਤ ਦਿੱਤੀ ਹੈ। ਤੇ ਇਸ ਸ਼ਿਕਾਇਤ ਰਾਹੀਂ ਉਹਨਾਂ ਨੇ ਇਲਜ਼ਾਮ ਲਾਇਆ ਕਿ ਇਹ ਬੰਦਾ ਟੀਕਾਕਰਨ ਦੇ ਖਿਲਾਫ ਜੋ ਪ੍ਰਚਾਰ ਪ੍ਰਸਾਰ ਕਰ ਰਿਹਾ ਹੈ ਤੇ ਜਿਵੇਂ ਇਹ ਐਲੋਪੈਥੀ ਦਾ ਮਜ਼ਾਕ ਉਡਾ ਰਿਹਾ ਹੈ, ਇਹ ਬੰਦਾ ਜਿਹੜਾ ਕਰੋਨਾ ਪ੍ਰੋਟੋਕੋਲ ਦੀ ਉਲੰਘਣਾ ਕਰ ਰਿਹਾ, ਇਹਦੇ ਖਿਲਾਫ ਦੇਸ਼ ਧਰੋਹੀ ਦਾ ਮੁਕੱਦਮਾ ਦਰਜ ਕੀਤਾ ਜਾਵੇ। ਕੰਪਲੇਂਟ ਹੈ ਫਿਲਹਾਲ ਜੀ, ਇੱਕ ਦਰਖਾਸਤ ਦਿੱਤੀ ਹੈ, ਦਰਖਾਸਤ ਉਹਨੇ ਦਿੱਤੀ ਹੈ ਕਿ ਇਹਦੇ ਖਿਲਾਫ ਦੇਸ਼ ਧਰੋਹੀ ਦਾ ਪਰਚਾ ਦਰਜ ਕੀਤਾ ਜਾਵੇ ਜੀ। ਤੇ ਲਾਲਾ ਜੀ ਨੇ ਚੁਣੌਤੀ ਦਿੱਤੀ। ਅੱਛਾ ਜੀ। ਲਾਲਾ ਜੀ ਕਹਿੰਦੇ ਇਹਨਾਂ ਦਾ ਪਿਓ ਵੀ ਮੈਨੂੰ ਗ੍ਰਿਫਤਾਰ ਨਹੀਂ ਕਰ ਸਕਦਾ। ਅੱਛਾ ਜੀ। ਜਦੋਂ ਕਹਿੰਦਾ ਪਿਓ ਵੀ ਗ੍ਰਿਫਤਾਰ ਨਹੀਂ ਕਰ ਸਕਦਾ, ਕਿਉਂ ਨਹੀਂ ਕਰ ਸਕਦਾ? ਵੈਸੇ ਇਹਦੇ 'ਤੇ ਆਪਾਂ ਮਗਰੋਂ ਗੱਲ ਕਰਾਂਗੇ, ਲੇਕਿਨ ਇੱਕ ਬੜੀ ਤੇਜ਼ ਤਰਾਰ ਬੀਬੀ ਹੈ, ਪਾਰਲੀਮੈਂਟ ਦੀ ਮੈਂਬਰ ਹੈ, ਮਹੁਆ ਮੋਇਤਰਾ, ਉਹ ਬੰਗਾਲ ਤੋਂ ਆਉਂਦੀ ਹੈ। ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨਾਲ ਸੰਬੰਧਿਤ ਹੈ ਜੀ। ਉਹਨੇ ਕਿਹਾ, ਉਹ ਕਹਿੰਦੀ ਜੀ ਗੱਲ ਬਿਲਕੁਲ ਠੀਕ ਹੈ। ਜਿਹੜੇ ਭਰਾ ਹੈ ਕਹਿੰਦੇ ਭਰਾਵਾਂ ਨੂੰ ਤਾਂ ਹੋਰ ਕੰਮ ਦਿੱਤਾ ਹੋਇਆ, ਉਹਨਾਂ ਨੂੰ ਤਾਂ ਵਿਰੋਧੀ ਧਿਰਾਂ ਨੂੰ ਕਾਬੂ ਕਰਨ ਤੇ ਦਿੱਤਾ। ਭਰਾ ਤਾਂ ਇਸ ਵੇਲੇ ਫੜ ਰਿਹਾ ਵਿਰੋਧੀ ਧਿਰ ਦੇ ਆਗੂਆਂ ਨੂੰ। ਇਸ਼ਾਰਾ ਉਹਨਾਂ ਦਾ ਇਹ ਕਿ ਬੰਗਾਲ ਦੇ ਵਿੱਚ 2 ਵਜ਼ੀਰ, ਇੱਕ MLA ਤੇ ਇੱਕ ਸਾਬਕਾ ਮੇਅਰ ਨੂੰ ਜਿਹੜਾ ਨਾਰਦਾ ਚਿੱਟ ਫੰਡ ਘੁਟਾਲਾ ਹੈ ਜਾਂ ਨਾਰਦਾ ਆਪਾਂ ਕਹਿ ਸਕਦੇ ਹੈ ਸਟਿੰਗ ਆਪਰੇਸ਼ਨ, ਉਸ ਕੇਸ ਦੇ ਵਿੱਚ CBI ਨੇ ਗ੍ਰਿਫਤਾਰ ਕੀਤਾ ਸੀ ਜੀ। ਔਰ ਉਹ ਬੰਦੇ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਜੇਲ੍ਹ ਦੇ ਵਿੱਚ ਸੀ, ਪਰ ਅੱਜ ਪਤਾ ਲੱਗਾ ਵੀ ਉਹਨਾਂ ਦੀ ਜ਼ਮਾਨਤ ਲੈ ਲਈ ਹੈ। ਅੱਛਾ ਜੀ। ਹਾਈ ਕੋਰਟ ਨੇ, ਉਹ ਜੇਲ੍ਹ ਦੇ ਵਿੱਚ ਹੈਗੇ ਤੇ ਉਹਨਾਂ ਦੇ ਗ੍ਰਿਫਤਾਰੀ ਦੇ ਖਿਲਾਫ ਮਮਤਾ ਬੈਨਰਜੀ ਨੇ ਜਾ ਕੇ ਧਰਨਾ ਦਿੱਤਾ ਸੀ CBI ਦੇ ਹੈੱਡਕੁਆਟਰ ਦੇ ਸਾਹਮਣੇ। ਜਦੋਂ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀ ਤੇ ਕਾਨੂੰਨ ਮੰਤਰੀ ਜਿਹੜਾ ਉਹਨਾਂ ਦਾ ਮਿੱਤਰ ਹੈ, ਉਹਨਾਂ ਦਾ ਮਤਲਬ ਆਪਾਂ ਕਹਿ ਸਕਦੇ ਹਾਂ ਕੁਲੀਗ ਆ, ਉਹ ਵੀ ਉੱਥੇ ਚਲਾ ਗਿਆ ਸੀ ਜੀ। ਇਸ ਮੁੱਦੇ ਨੂੰ ਲੈ ਕੇ CBI ਨੇ ਬੰਗਾਲ ਦੀ ਜਿਹੜੀ ਕਲਕੱਤਾ ਹਾਈ ਕੋਰਟ ਹੈ ਉਹਦੇ 'ਚ ਇੱਕ ਪਟੀਸ਼ਨ ਦਾਇਰ ਕਰਤੀ। ਉਹਨਾਂ ਨੇ ਕਿਹਾ ਜੀ ਵੀ ਇਹ ਮਾਮਲਾ ਕਿਉਂਕਿ ਮੁੱਖ ਮੰਤਰੀ ਨੇ ਜਾ ਕੇ ਧਰਨਾ ਮਾਰ ਦਿੱਤਾ, ਕਾਨੂੰਨ ਮੰਤਰੀ ਹੈ ਜਿਹੜਾ ਉਹ ਕਚਹਿਰੀ 'ਚ ਚਲਾ ਗਿਆ ਉਹਨਾਂ ਦੇ ਨਾਲ, ਇਸ ਕਰਕੇ ਜਿਹੜੀ ਹੈ ਇੱਥੇ ਨਿਰਪੱਖ ਸੁਣਵਾਈ ਨਹੀਂ ਹੋ ਸਕਦੀ। ਇਹ ਕੇਸ ਜਿਹੜਾ ਹੈਗਾ ਇਹ ਬਾਹਰ ਬਦਲ ਦਿੱਤਾ ਜਾਵੇ ਬੰਗਾਲ ਤੋਂ। ਅੱਛਾ ਜੀ। ਔਰ ਇਹ ਜਦੋਂ ਉਹਨਾਂ ਨੇ ਗੱਲ ਕਹੀ, ਇਹ ਗੱਲ ਦੇ ਉੱਤੇ ਮਾਣਯੋਗ ਜਿਹੜੀ ਕਲਕੱਤਾ ਹਾਈ ਕੋਰਟ ਦੇ ਜੱਜ ਸਾਹਿਬਾਨ ਜਿਨ੍ਹਾਂ ਨੇ ਗੱਲ ਸੁਣੀ ਸੀ, ਉਹਨਾਂ ਨੇ ਇਸ ਪਟੀਸ਼ਨ ਨੂੰ ਵਿਚਾਰਨ ਵਾਸਤੇ ਜਿਹੜਾ ਹੈਗਾ ਗੌਰ ਕਰਨ ਵਾਸਤੇ ਉਹਨਾਂ ਨੇ ਇਹਨੂੰ ਰਜਿਸਟਰ ਕਰ ਲਿਆ
ਜੀ ਇਹਦੇ ਤੇ ਅੱਜ ਇੱਕ ਜੱਜ ਸਾਹਿਬ ਦਾ ਵੀ ਪ੍ਰਤੀਕਰਮ ਆ ਗਿਆ ਕਲਕੱਤਾ ਹਾਈ ਕੋਰਟ ਦੇ ਜੱਜ ਦਾ ਹੀ, ਕਿ ਅਸੀਂ ਜਿਹੜੀ ਹੈਗੀ ਜਿਹੜਾ ਸਾਡਾ ਆਪਣਾ ਕਾਇਦਾ ਕਾਨੂੰਨ ਆ, ਕਾਇਦੇ ਕਾਨੂੰਨ ਤੋਂ ਬਾਹਰ ਜਾ ਰਹੇ ਹਾਂ ਜੀ। ਜੇ ਕਿਸੇ ਨੇ ਧਰਨਾ ਲਾਤਾ, ਧਰਨਾ ਲਾਉਣ ਦਾ ਮਤਲਬ ਇਹ ਥੋੜ੍ਹਾ ਹੀ ਹੈ ਕਿ ਉਹਦੇ ਨਾਲ ਪ੍ਰਭਾਵਿਤ ਹੋ ਗਈ। ਕੀ ਜੁਡੀਸ਼ਰੀ ਇਸ ਤਰ੍ਹਾਂ ਥੋੜ੍ਹਾ ਪ੍ਰਭਾਵਿਤ ਹੋ ਜੂ ਕਿ ਜੱਜ ਸਾਹਿਬ ਪ੍ਰਭਾਵਿਤ ਹੋ ਜਾਣਗੇ? ਕਿਉਂਕਿ ਜਿਹੜੀ ਸੈਸ਼ਨ ਕੋਰਟ ਸੀ, ਸੈਸ਼ਨ ਕੋਰਟ ਨੇ ਇਹਨਾਂ ਦੀ ਜ਼ਮਾਨਤ ਲੈ ਲਈ ਸੀ, ਔਰ ਉਹ ਬਾਅਦ ਵਿੱਚ ਹਾਈ ਕੋਰਟ ਨੇ ਉੱਤੇ ਸਟੇ ਕਰਤਾ ਸੀ। ਫਿਰ ਸਟੇ ਹੋਣ ਤੋਂ ਬਾਅਦ ਇੱਕ ਜਿਹੜਾ ਹੈਗਾ ਸੀਗਾ ਵੱਡਾ, ਕਿਉਂਕਿ 2 ਜੱਜ ਸਾਹਿਬਾਨ ਜਿਹੜੇ ਹੈਗੇ ਉਹਨਾਂ ਦੇ ਆਪਸੀ ਮਤਭੇਦ ਸੀ ਕਿ ਜ਼ਮਾਨਤ ਲੈਣੀ ਚਾਹੀਦੀ ਨਹੀਂ ਲੈਣੀ ਚਾਹੀਦੀ। ਉਹ ਤੋਂ ਬਾਅਦ ਫਿਰ ਇਹ ਹੋ ਗਿਆ ਸੀ ਕਿ ਇਹਨੂੰ ਕਿਸੇ ਵੱਡੇ ਬੈਂਚ ਕੋਲੇ ਭੇਜ ਦਿਓ, 5 ਮੈਂਬਰੀ ਬੈਂਚ ਕੋਲੇ ਭੇਜਤਾ ਸੀ, ਔਰ ਉਹਨਾਂ ਲੋਕਾਂ ਨੂੰ ਜੇਲ੍ਹ ਦੀ ਬਜਾਏ ਜਿਹੜਾ ਹਾਊਸ ਅਰੈਸਟ ਕਰਤਾ ਸੀ। ਭਾਵੇਂ CBI ਸੁਪਰੀਮ ਕੋਰਟ ਵੀ ਚਲੀ ਗਈ ਸੀ ਹਾਊਸ ਅਰੈਸਟ ਦੇ ਖਿਲਾਫ ਕਿ ਜੀ ਇਹਨਾਂ ਨੂੰ ਜੇਲ੍ਹ ਦੇ ਵਿੱਚੋਂ ਭੇਜੋ, ਪਰ ਮਾਨਯੋਗ ਸੁਪਰੀਮ ਕੋਰਟ ਨੇ ਕਹਿਤਾ ਸੀ ਇਹ ਮਾਮਲਾ ਹਾਈ ਕੋਰਟ 'ਚ ਵਿਚਾਰ ਅਧੀਨ ਹੈ, ਅਸੀਂ ਇੰਟਰਫੀਅਰ ਨਹੀਂ ਕਰਾਂਗੇ। ਤੇ ਦੁਬਾਰਾ ਉਹਨਾਂ ਨੇ ਆਪਣੀ ਉਹ ਪਟੀਸ਼ਨ ਜਿਹੜੀ ਹੈ ਅਦਾਲਤ ਦੀ ਮਨਜ਼ੂਰੀ ਨਾਲ ਵਾਪਸ ਵੀ ਲੈ ਲਈ ਸੀ। ਸੋ ਜਦੋਂ ਹੁਣ ਮਊਆ ਮੋਇਤਰਾ ਇਹ ਕਹਿੰਦੀ ਹੈ ਵੀ ਇਹ ਤਾਂ ਫਿਰ ਜਿਹੜੇ ਭਰਾ ਹੈ ਉਹ ਤਾਂ ਵਿਰੋਧੀ ਧਿਰਾਂ ਦੇ ਮਗਰ ਪਏ ਹੋਏ, ਵਿਰੋਧੀ ਆਗੂਆਂ ਦੇ ਮਗਰ ਪਏ ਹੋਏ ਹੈ, ਤੇ ਪਿਓ ਦੀ ਪਹੁੰਚ ਹੀ ਨਹੀਂ ਵੀ ਪਿਓ ਗ੍ਰਿਫਤਾਰ ਕਿਵੇਂ ਕਰ ਲੂਗਾ? ਹੁਣ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ। ਆਪਣੇ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਚੱਕੀ ਹੋਈ ਪੰਚਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ ਜੀ, ਤੇ ਨਾਲ ਹੀ ਕਿ ਇੱਕੋ ਗਾਣਾ ਹੁੰਦਾ ਸੀ ਪਹਿਲਾਂ, ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ। ਹੁਣ ਜਿਹੜਾ ਇਹ ਥ੍ਰੈਟ ਦੇਣ ਵਾਸਤੇ ਮਤਲਬ ਜਿਹੜਾ ਹੌਸਲਾ ਕੱਢ ਲਿਆ ਲਾਲਾ ਜੀ ਨੇ, ਲਾਲਾ ਜੀ ਇਸ ਕਰਕੇ ਕਹਿੰਦੇ ਆਪਾਂ ਕਿਉਂਕਿ ਕਾਰੋਬਾਰ ਕਰਦਾ ਹੈ। ਇਹ ਕਹਿੰਦਾ ਕਿ ਕਿਸੇ ਦੀ ਪਹੁੰਚ ਹੀ ਨਹੀਂ, ਮੇਰੇ ਨਾਲ ਕੋਈ ਕਰੂਗਾ ਕੀ, ਇਹ ਕਿਸੇ ਦਾ ਪਿਓ ਵੀ ਨਹੀਂ ਗ੍ਰਿਫਤਾਰ ਕਰ ਸਕਦਾ। ਉਹ ਤੋਂ ਬਾਅਦ ਫਿਰ ਜਿਹੜੀ ਹੈ ਅੱਜ ਇੱਕ ਹਿੰਦੀ ਦੀ ਅਖਬਾਰ ਹੈ ਭਾਸਕਰ ਵਾਲਿਆਂ ਨੇ ਲਾਲਾ ਜੀ ਦੇ ਨਾਲ ਇੰਟਰਵਿਊ ਕੀਤੀ ਹੈ, ਤੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਦੱਸੋ ਲਾਲਾ ਜੀ ਵੀ ਜਿਨ੍ਹਾਂ ਲੋਕਾਂ ਨੇ ਲੋਕਾਂ ਦੀਆਂ ਜਾਨਾਂ ਬਚਾਈਆਂ ਐਲੋਪੈਥੀ ਦੇ ਮੁੱਦੇ ਦੇ ਉੱਤੇ, ਤੇ ਤੁਸੀਂ ਇਹਦੇ 'ਤੇ ਸਵਾਲ ਉਠਾਉਣੇ ਕਿਉਂ ਉਠਾਉਣੇ, ਤੁਹਾਨੂੰ ਲੱਗਦਾ ਕੀ ਹੈ? ਤੇ ਫਿਰ ਲਾਲਾ ਰਾਮਦੇਵ ਜੀ ਕੀ ਕਹਿੰਦੇ ਆ, ਕਹਿੰਦੇ ਇਹਨਾਂ ਨੇ ਕਿ ਜੇ ਜਾਨ ਬਚਾਈ ਹੈ ਤੇ ਅਸੀਂ ਕਹਿੰਦਾ ਭੰਡਾਰਾ ਖਾਣ ਆਏ ਸੀ। ਅੱਛਾ ਜੀ। ਇਦੋਂ ਅੱਗੇ ਕਹਿੰਦਾ ਐਲੋਪੈਥੀ ਦੇ ਨਾਲ ਸਿਰਫ 10% ਜਿਹੜੇ ਗੰਭੀਰ ਮਰੀਜ਼ ਆ ਉਹਨਾਂ ਦਾ ਇਲਾਜ ਹੋਇਆ, ਸਿਰਫ 10%। ਅੱਛਾ ਜੀ। ਤੇ 90% ਲੋਕਾਂ ਦਾ ਇਲਾਜ ਤਾਂ ਕਹਿੰਦਾ ਜੀ ਆਯੁਰਵੈਦ ਤੇ ਯੋਗਾ ਦੇ ਨਾਲ ਹੋਇਆ ਵਾ। ਕਿਆ ਕਮਾਲ ਦੀ ਗੱਲ ਹੈ ਜੀ। ਐਲੋਪੈਥੀ ਦੇ ਖਿਲਾਫ ਹਾਲੇ ਤੱਕ ਉਹਨੇ ਆਪਣਾ ਮੋਰਚਾ ਖੋਲ੍ਹਿਆ ਹੋਇਆ। ਆਪਾਂ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਹਾਂ ਕਿ ਐਲੋਪੈਥੀ ਦੀ ਵਜ੍ਹਾ ਕਾਰਨ ਇਹਨਾਂ ਦੇ ਜਿਹੜੇ ਸੱਜਣ ਮਿੱਤਰ ਆ ਉਹਨਾਂ ਨੇ ਇਲਾਜ ਉੱਥੋਂ ਕਰਵਾਇਆ, ਇਹਨਾਂ ਦਾ ਆਪਦਾ ਇਲਾਜ ਵੀ ਹੋਇਆ ਸੀ। ਬਿਲਕੁਲ ਜੀ। ਜਦੋਂ ਇਹ ਭੁੱਖ ਹੜਤਾਲ ਦੇ ਉੱਤੇ ਬੈਠੇ ਸੀ, ਸਥਿਤੀ ਵਿਗੜ ਗਈ ਸੀ, ਉਦੋਂ ਵੀ ਐਲੋਪੈਥੀ ਵਾਲੇ ਮਾਮਲੇ 'ਚ ਉਦੋਂ ਪਤੰਜਲੀ ਪੀਠ ਦੇ ਕਿਸੇ ਹਸਪਤਾਲ 'ਚ ਨਹੀਂ ਪਏ ਸੀਗੇ ਜਾਂ ਉੱਥੋਂ ਦੀ ਦਵਾਈ ਨਹੀਂ ਲਈ ਸੀ। ਸੋ ਲਾਲਾ ਜਿਹੜੇ ਹੈਗੇ ਜੀ, ਲਾਲਾ ਜੀ ਅੱਜ ਕੱਲ੍ਹ ਜਿਹੜੇ ਹੈ, ਕਿਉਂਕਿ ਇਹਨਾਂ ਨੂੰ ਸਰਪ੍ਰਸਤੀ ਕਿਹਨਾਂ ਦੀ? ਨਰਿੰਦਰ ਮੋਦੀ ਸਾਹਿਬ ਦੀ। ਤੇ ਤੁਹਾਡੇ ਉਹ ਰਾਜਤ ਸ਼ਰਮਾ ਦੀ ਆਪ ਕੀ ਅਦਾਲਤ ਵਾਲਾ ਪ੍ਰੋਗਰਾਮ ਯਾਦ ਆ ਗਿਆ ਹੁਣੇ? ਜੀ। ਆਪ ਕੀ ਅਦਾਲਤ ਦੇ ਵਿੱਚ ਜਦੋਂ ਮਤਲਬ ਲੋਕ ਬੈਠੇ ਹੈ, ਦਰਸ਼ਕ ਬੈਠੇ ਹੈ, ਤੇ ਇਹਨੂੰ ਕਟਹਿਰੇ ਦੇ ਵਿੱਚ ਬਿਠਾਇਆ ਹੋਇਆ ਹੈ, ਤੇ ਉਦੋਂ ਕਹਿੰਦੇ ਸੀ ਆਪਕੋ 20-30 ਰੁਪਏ ਪੈਟਰੋਲ ਮਿਲਣਾ ਚਾਹੀਏ ਨਾ, ਮਿਲਣਾ ਚਾਹੀਏ ਨਾ, ਮਿਲੇਗਾ। ਮੋਦੀ ਜੀ ਆ ਜਾਏंगे ਤੇ ਅੱਜ ਪੈਟਰੋਲ ਦੀ ਹਾਲਤ ਕੀ ਹੈ? ਅੱਜ ਕਹਿੰਦੇ ਕਈ ਸਟੇਟਾਂ ਦੇ ਵਿੱਚ ਤਾਂ ਜੀ ਕਹਿੰਦੇ ਇਹ 100 ਰੁਪਏ ਤੋਂ ਵੀ ਉੱਪਰ ਚਲਾ ਗਿਆ ਜੀ। ਮੈਨੂੰ ਹੁਣੇ ਕਿਸੇ ਨੇ ਭੇਜੀ ਇੱਕ ਕੀ ਕਹਿੰਦੇ ਆਪਾਂ ਪੋਸਟ ਭੇਜੀ ਹੈ ਜੀ। ਮੈਂ ਉਹ ਸੁਣਨ ਲੱਗ ਗਿਆ, ਜਦੋਂ ਆਪਾਂ ਬੈਠੇ ਗੱਲਾਂ ਕਰਦੇ ਸੀ ਮੈਂ ਸੁਣਨ ਲੱਗ ਗਿਆ। ਉਹ ਤੁਸੀਂ ਦੇਖਿਆ ਹੋਣਾ ਅੱਜ ਕੱਲ੍ਹ ਇੱਕ ਜਿਹੜੀ ਆਪਣੀ ਟੈਲੀਫੋਨ, ਜਦੋਂ ਆਪਾਂ ਕਿਸੇ ਨੂੰ ਕਰਦੇ ਹਾਂ ਤੇ ਟੈਲੀਫੋਨ ਕਰਨ ਵੇਲੇ ਇੱਕ ਨਵੀਂ ਟਿਊਨ ਹੁੰਦੀ ਹੈ ਜੀ, ਵੈਕਸੀਨ ਲਵਾਓ ਜੀ ਤੁਸੀਂ, ਜਾਂ ਆਪਣਾ ਹੱਥ ਸੈਨੀਟਾਈਜ਼ ਨਾਲ ਹੱਥ ਸਾਫ਼ ਕਰੋ ਜੀ, ਔਰ ਆਹ ਕਰੋ ਜੀ ਕਰੋਨਾ ਪ੍ਰੋਟੋਕੋਲ ਦੀ ਪਾਲਣਾ ਕਰੋ ਵਗੈਰਾ ਵਗੈਰਾ। ਤਾਂ ਉਹ ਆ ਰਹੀ ਸੀ ਜੀ, ਕਹਿੰਦੇ ਵੀ ਹੁਣ ਟੈਲੀਫੋਨ ਦੇ ਉੱਤੇ ਇੱਕ ਟਿਊਨ ਵੱਜ ਰਹੀ ਹੈ, ਇੱਕ ਬੰਦਾ ਮੋਟਰਸਾਈਕਲ ਲੈ ਕੇ ਤੇ ਪੈਟਰੋਲ ਪਾਉਣ ਜਾ ਰਿਹਾ ਹੈ। ਉਹ ਉਧਰੋਂ ਟਿਊਨ ਆ ਗਈ। ਉਹ ਟਿਊਨ ਕੀ ਸੋਚਿਆ? ਉਹ ਕਹਿੰਦੇ ਜੀ ਅੱਜ ਕੱਲ੍ਹ ਜਿਹੜੀ ਹੈਗੀ ਹੈ ਸਰਕਾਰ ਤੁਹਾਡੇ ਬਾਰੇ ਬੜੀ ਫਿਕਰਮੰਦ ਹੈ, ਤੁਸੀਂ ਕਰੋਨਾ ਮਹਾਮਾਰੀ ਤੋਂ ਬਚਣ ਵਾਂਗ ਘਰਾਂ ਦੇ ਵਿੱਚ ਹੀ ਰਹੋ, ਬਹੁਤਾ ਸਫ਼ਰ ਨਾ ਕਰੋ। ਜੇ ਤੁਹਾਨੂੰ ਸਫ਼ਰ ਕਰਨ ਦੀ ਲੋੜ ਵੀ ਪੈ ਜਾਓ, ਜਿਹੜੀਆਂ ਗੱਡੀਆਂ ਤੁਹਾਡੀਆਂ ਤੇਲ ਡੀਜ਼ਲ ਪੈਟਰੋਲ ਖਾਂਦੀਆਂ ਉਹ ਨਾ ਲੈ ਕੇ ਆਓ, ਤੁਸੀਂ ਹੋਰਾਂ ਗੱਡੀਆਂ ਦੇ ਉੱਤੇ ਆਓ ਜਿਹੜੀਆਂ ਤੇਲ ਪੈਟਰੋਲ ਨਾ ਖਾਣ। ਭਾਰਤ ਸਰਕਾਰ ਜਿਹੜੀ ਹੈ ਉਹ ਗਰੀਬਾਂ ਬਾਰੇ ਬੜੀ ਫਿਕਰਮੰਦ ਹੈ, ਉਹ ਗਰੀਬਾਂ ਦੇ ਬਾਰੇ ਸੋਚਦੀ ਹੈ ਕਿ ਗਰੀਬਾਂ ਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ, ਘਰ ਹੀ ਰਹਿਣਾ ਚਾਹੀਦਾ ਵਗੈਰਾ ਵਗੈਰਾ। ਤੇ ਇਸ ਕਰਕੇ ਜਿਹੜਾ ਹੈ ਜੀ ਤੁਸੀਂ ਆਪਣਾ ਖਿਆਲ ਆਪ ਰੱਖੋ, ਸਰਕਾਰ ਤੁਹਾਡੇ ਬਾਰੇ ਬੜਾ ਕੁਝ ਸੋਚਦੀ ਹੈ। ਤੇ ਹੁਣ ਲਾਲਾ ਜੀ ਨੂੰ ਪੁੱਛੇ ਤੂੰ ਤਾਂ ਅਸੀਂ 20 ਰੁਪਏ ਤੇ 30 ਰੁਪਏ ਤੇਲ ਮਿਲੂਗਾ, ਤੇ ਅੱਜ ਤਾਂ ਲੋਕਾਂ ਦਾ ਤੇਲ ਕੱਢਿਆ ਪਿਆ, ਇੰਨੀ ਭੈੜੀ ਹਾਲਤ ਹੈ। ਸੋ ਇਹ ਆਪਾਂ ਕਹਿਣ ਨੂੰ ਕਈ ਵਾਰੀ ਇਹ ਲੱਗ ਜਾਂਦੇ ਹੁੰਦੇ ਕਿ ਜੀ ਇਹ ਲਾਲਾ, ਇਹ ਆਪਣੇ ਜਿਹੜੇ ਹੈਗੇ ਆ ਸੰਤ ਜੀ ਹੈ, ਫਲਾਨਾ ਜੀ ਹੈ, ਧਿਮਕਾ ਜੀ। ਅੱਜ ਤੱਕ BJP ਦੇ ਲੀਡਰ ਨੇ ਵੀ ਕਹਿ ਦਿੱਤਾ, ਕਹਿੰਦਾ ਜੀ ਇਹ ਜਿਹੜਾ ਹੈਗਾ ਇਹਨੂੰ ਆਪਣੇ ਤੁਹਾਡੇ ਆਪਣਾ ਰਾਮਦੇਵ ਕਹਿੰਦੇ ਯੋਗਾ ਗੁਰੂ ਤਾਂ ਇਹਨੂੰ ਕਹਿ ਸਕਦੇ ਹਾਂ ਅਸੀਂ, ਹਾਂਜੀ, ਤੇ ਇਹਨੂੰ ਅਸੀਂ ਜੋਗੀ ਨਹੀਂ ਕਹਿ ਸਕਦੇ। ਬਿਲਕੁਲ ਜੀ। ਬਿਹਾਰ ਤੋਂ ਨੇ ਮੇਰਾ ਖਿਆਲ ਉਹ ਭਾਜਪਾ ਦੇ ਹੀ ਨੇਤਾ ਨੇ। ਉਹ ਕਹਿੰਦੇ ਜੋਗੀ ਉਹ ਹੁੰਦੇ ਆ ਜਿਨ੍ਹਾਂ ਨੇ ਆਪਣੀਆਂ ਜਿਹੜੀਆਂ ਇੰਦਰੀਆਂ ਦੇ ਉੱਤੇ ਕਾਬੂ ਪਾਇਆ ਹੁੰਦਾ
ਜੀ ਜਿਨ੍ਹਾਂ ਨੇ ਆਪਣਾ ਮਤਲਬ ਜਿਹੜੀਆਂ ਪੰਜ ਇੰਦਰੀਆਂ ਤੇ ਕਾਬੂ ਪਾ ਕੇ ਉਹਨਾਂ ਦੇ ਇੱਕਮਿਕ ਹੋਏ ਹੁੰਦੇ ਆ ਕੁਦਰਤ ਦੇ ਨਾਲ। ਇਹ ਉਹ ਨਹੀਂ, ਇਹ ਤਾਂ ਕਹਿੰਦੇ ਜੀ ਵਪਾਰੀ ਬੰਦੇ ਆ। ਇਹਨੂੰ ਫਿਰ ਕਿਹਾ ਸੀ ਕੋਕਾ ਕੋਲਾ ਜੀ, ਵੀ ਇਹ ਕੋਕਾ ਕੋਲਾ ਦਾ ਮਤਲਬ ਹੈ ਕਿ ਇਹ ਤਾਂ ਐਡ ਕਰਦਾ ਹੈ ਅੱਛਾ ਜੀ ਆਪਣੇ ਮਟੀਰੀਅਲ ਦੀ, ਜਿਹੜਾ ਆਪਣਾ ਸਮਾਨ ਬਣਾਉਂਦਾ ਪਤੰਜਲੀ ਵਾਲਾ, ਇਹ ਉਹਦੀ ਐਡ ਕਰਨ ਵਾਲਾ ਬੰਦਾ। ਇਹ ਤੋਂ ਬਾਅਦ ਇਹ ਕੁਛ ਵੀ ਨਹੀਂ। ਜੀ ਜੀ ਬਿਲਕੁਲ। ਸੋ ਅਗਲੀ ਗੱਲ ਆਪਾਂ ਕੇਂਦਰੀ ਸਿਹਤ ਮੰਤਰੀ ਦੀ ਵੀ ਹੁਣ ਕਰ ਲਈਏ। ਸੋ ਕੇਂਦਰੀ ਸਿਹਤ ਮੰਤਰੀ ਵੱਲੋਂ ਰਾਹੁਲ ਗਾਂਧੀ ਦੀ ਕੋਈ ਗਿੱਧਾਂ ਨਾਲ ਤੁਲਨਾ ਹੋਈ ਹੈ ਜੀ। ਸੋ ਕੀ ਇਹ ਤੁਲਨਾ ਕਰਨ ਦਾ ਮਾਮਲਾ ਹੈ? ਦੇਖੋ, ਆਪਾਂ ਹਿੰਦੀ ਦੇ ਵਿੱਚ ਕਹਿ ਦਿੰਦੇ ਹਾਂ ਗਿੱਧ, ਹਾਂਜੀ, ਪਰ ਗਿੱਧ ਜਿਹੜੀ ਹੈਗੀ ਹੈ ਉਹ ਪੰਜਾਬੀ, ਕਿਉਂਕਿ ਸਾਡਾ ਚੈਨਲ ਪੰਜਾਬੀ, ਅਸੀਂ ਪੰਜਾਬੀ 'ਚ ਗੱਲ ਕਰਦੇ ਹਾਂ ਔਰ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਪਰਨਾਏ ਹੋਏ ਹਾਂ। ਬਿਲਕੁਲ ਜੀ। ਕਈ ਵਾਰੀ ਕੁਝ ਸ਼ਬਦ ਇਹੋ ਜਿਹੇ ਹੁੰਦੇ ਆ ਕਿ ਉਹ ਸਾਨੂੰ ਉਹਨਾਂ ਸ਼ਬਦਾਂ ਦਾ ਉਹਦੇ ਤਰ੍ਹਾਂ ਹੀ ਇਸਤੇਮਾਲ ਕਰਨਾ ਪੈਂਦਾ। ਜਿਵੇਂ ਆਪਾਂ ਕਹਿ ਸਕੀਏ ਸਟੇਸ਼ਨ, ਸਟੇਸ਼ਨ ਅੰਗਰੇਜ਼ੀ ਦਾ ਸ਼ਬਦ ਹੈ, ਲੇਕਿਨ ਪੰਜਾਬੀ ਦੇ ਵਿੱਚ ਇਹਦਾ ਢੁਕਵਾਂ ਸ਼ਬਦ ਕੋਈ ਹੈ ਨਹੀਂ। ਪਹਿਲਾਂ ਪੁਰਾਣੇ ਬਜ਼ੁਰਗਾਂ ਨੂੰ ਸਟੇਸ਼ਨ ਕਹਿ ਦਿੰਦੇ ਸੀ ਤੇ ਹੁਣ ਨਵੇਂ ਮੁੰਡੇ ਜਿਹੜੇ ਇਹਨੂੰ ਫੇਰ ਸਟੇਸ਼ਨ ਕਹਿ ਦਿੰਦੇ। ਸਾਨੂੰ ਕਈ ਵਾਰੀ ਇਹੋ ਜਿਹੇ ਸ਼ਬਦ ਵਰਤਣੇ ਪੈਂਦੇ। ਬਿਲਕੁਲ ਜੀ। ਮੈਂ ਤਾਂ ਅਕਸਰ ਜਿਵੇਂ ਅਸੀਂ ਕਹਿੰਦੇ ਹੁੰਦੇ ਆ ਕਿ ਪੰਜਾਬ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਯੂਨੀਵਰਸਿਟੀ ਸ਼ਬਦ ਵੀ ਪੰਜਾਬੀ 'ਚ ਹਜੇ ਤੱਕ ਬਣਾ ਨਹੀਂ ਪਾਈਆਂ, ਸਾਨੂੰ ਯੂਨੀਵਰਸਿਟੀ ਹੀ ਕਹਿਣਾ ਪੈ ਰਿਹਾ ਹੈ। ਬਿਲਕੁਲ ਜੀ। ਇੱਦਾਂ ਹੀ ਜੇ ਅਸੀਂ ਦੇਖੀਏ ਤਾਂ ਇਹ ਗਿੱਧ ਸ਼ਬਦ ਹੈ ਜਿਹੜਾ ਹਿੰਦੀ ਦਾ ਹੈ। ਬਿਲਕੁਲ ਜੀ। ਇਹ ਗਿੱਧ ਨਹੀਂ, ਅਸਲ ਦੇ ਵਿੱਚ ਇਹਦਾ ਪੰਜਾਬੀ ਨਾਮਕਰਨ ਜੇ ਆਪਾਂ ਦੇਖੀਏ ਤਾਂ ਪੰਜਾਬੀ ਦਾ ਇਹਦਾ ਅਰਥ ਦੇਖੀਏ ਤਾਂ ਇਹਦਾ ਮਤਲਬ ਬਣਦਾ ਗਿਰਜ। ਹਾਂਜੀ, ਗਿਰਜ। ਜਿਹੜੀ ਗਿਰਜ ਇੱਕ ਅਜਿਹਾ ਜਾਨਵਰ ਹੈ ਜਿਹੜੀ ਮਾਸਾਹਾਰੀ ਹੁੰਦੀ ਹੈ ਜੀ, ਉਹ ਮਰੇ ਹੋਏ ਪਸ਼ੂਆਂ ਨੂੰ ਖਾਂਦੀ ਹੈ ਜੀ। ਰਾਹੁਲ ਗਾਂਧੀ ਦਾ ਗੁਨਾਹ ਕੀ ਹੈ? ਰਾਹੁਲ ਗਾਂਧੀ ਨੂੰ ਇਸ ਵਿਸ਼ੇਸ਼ਣ ਦੇ ਨਾਲ ਕਿਉਂ ਸਨਮਾਨਿਤ ਕੀਤਾ ਹੈ? ਉਹ ਵੀ ਕਿਸੇ ਮਾੜੇ ਮੋਟੇ ਬੰਦੇ ਦੀ ਨਹੀਂ। ਦੇਸ਼ ਦੇ ਹੈਲਥ ਮਿਨਿਸਟਰ ਜਿਹੜੇ ਹੈਗੇ ਮਿਸਟਰ ਹਰਸ਼ਵਰਧਨ ਇਕੱਲੇ ਹੈਲਥ ਮਿਨਿਸਟਰ ਨਹੀਂ, ਆਪਣੇ ਆਪ ਦੇ ਵਿੱਚ ਬਾਈ ਪ੍ਰੋਫੈਸ਼ਨ ਉਹ ਇੱਕ ਡਾਕਟਰ ਵੀ ਹੈ ਜੀ, MBBS ਡਾਕਟਰ ਹੈ, ਹੋਰ ਵੀ ਸ਼ਾਇਦ ਉਹਨਾਂ ਕੋਲ ਕੋਈ ਵੱਡੀ ਡਿਗਰੀ ਹੋਵੇ। ਉਹਨਾਂ ਨੇ ਇਹ ਗੱਲ ਕਿਉਂ ਕਹੀ? ਇਹ ਇਸ ਕਰਕੇ ਗੱਲ ਕਹੀ ਕਿ ਨਿਊਯਾਰਕ ਟਾਈਮਜ਼ ਇੱਕ ਅਮਰੀਕਾ ਦਾ ਵੱਡਾ ਅਖਬਾਰ ਹੈ ਜੀ। ਨਿਊਯਾਰਕ ਟਾਈਮਜ਼ ਨੇ ਇੱਕ ਜਿਹੜੀ ਹੈਗੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਰਤ ਦੇ ਵਿੱਚ ਜਿਹੜੇ ਮੌਤਾਂ ਦਾ ਅੰਕੜਾ ਹੈ, ਭਾਰਤ ਸਰਕਾਰ ਵੱਲੋਂ ਉਹਨੂੰ ਬਹੁਤ ਘਟਾ ਕੇ ਪੇਸ਼ ਕੀਤਾ ਜਾ ਰਿਹਾ ਜੀ। ਭਾਰਤ ਸਰਕਾਰ ਨੇ ਮੇਰਾ ਖਿਆਲ ਹੈ ਜਿਹੜਾ ਮੌਤਾਂ ਦਾ ਹੁਣ ਤੱਕ ਦਾ ਅੰਕੜਾ ਦਿੱਤਾ ਉਹਦੇ ਮੁਤਾਬਕ ਉਹ ਕਹਿੰਦੇ 3-3.25 ਲੱਖ ਇਹਦੇ ਆਲੇ ਦੁਆਲੇ ਮੌਤਾਂ ਹੋਈਆਂ। ਪਰ ਜਿਹੜੀ ਨਿਊਯਾਰਕ ਟਾਈਮਜ਼ ਦੀ ਖਬਰ ਹੈਗੀ ਉਹ ਕਹਿੰਦੇ ਮੌਤਾਂ ਇੰਨੀਆਂ ਨਹੀਂ ਹੋਈਆਂ, ਮੌਤਾਂ 6 ਲੱਖ ਤੋਂ ਲੈ ਕੇ 42 ਲੱਖ ਦੇ ਦਰਮਿਆਨ ਹੋਈਆਂ ਜੀ। 42 ਲੱਖ ਤੱਕ ਮੌਤਾਂ ਦਾ ਹੋਣਾ, ਇਹ ਉਹਨਾਂ ਨੇ ਗੱਲ ਕਹਿ ਦਿੱਤੀ। ਔਰ ਇਹਦੇ ਤੇ ਰਾਹੁਲ ਗਾਂਧੀ ਨੇ ਮਤਲਬ ਇਸ ਖਬਰ ਨੂੰ ਲੈ ਕੇ ਟਵੀਟ ਕਰਤਾ ਕਿ ਤੱਥਾਂ ਨੂੰ ਜਿਹੜਾ ਹੈਗਾ ਸਰਕਾਰ ਵੱਲੋਂ ਲੁਕੋਇਆ ਜਾ ਰਿਹਾ, ਤੱਥਾਂ ਨੂੰ ਛੁਪਾਇਆ ਜਾ ਰਿਹਾ। ਔਰ ਜਦੋਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਤੇ ਫਿਰ ਨਾਲ ਦੀ ਨਾਲ ਹੀ ਜਿਹੜੇ ਆਪਣੇ ਹੈਲਥ ਮਿਨਿਸਟਰ ਸਾਹਿਬ ਹੈ ਉਹ ਆ ਗਏ ਜੀ ਮੈਦਾਨ 'ਚ ਜੀ। ਉਹ ਕਹਿੰਦੇ ਵੀ ਰਾਹੁਲ ਗਾਂਧੀ ਨੂੰ ਦਿੱਲੀ ਦੇ ਉੱਤੇ ਵਿਸ਼ਵਾਸ ਨਹੀਂ, ਨਿਊਯਾਰਕ ਟਾਈਮ ਦੇ ਉੱਤੇ ਵਿਸ਼ਵਾਸ ਹੈ। ਇਹਨਾਂ ਨੂੰ ਕਹਿੰਦੇ ਜਿਹੜੀ ਹੈਗੀ ਹੈ ਇਹ ਲੋਕ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਦੇ ਜੀ। ਔਰ ਕਹਿੰਦੇ ਵੀ ਕਿਸੇ ਜ਼ਮਾਨੇ ਦੇ ਵਿੱਚ ਦਰਖਤਾਂ ਦੇ ਉੱਤੇ ਗਿਰਜਾਂ ਬੈਠੀਆਂ ਹੁੰਦੀਆਂ ਸੀ ਜੀ, ਹੁਣ ਉਹ ਗਿਰਜਾਂ ਦਰਖਤਾਂ ਤੇ ਤਾਂ ਹੈ ਨਹੀਂ, ਕਿਉਂਕਿ ਤੁਸੀਂ ਦੇਖਿਆ ਹੁਣ ਅੱਜ ਕੱਲ੍ਹ ਗਿਰਜਾਂ ਦੀ ਗਿਣਤੀ ਕਾਫੀ ਘਟ ਗਈ ਹੈ ਜੀ। ਔਰ ਇਹਦੇ ਤੇ ਕੁਝ ਜਿਹੜੇ ਹੈਗੇ ਆ ਵਿਗਿਆਨੀਆਂ ਨੇ ਖੋਜ ਵੀ ਕੀਤੀ ਸੀ, ਕੁਝ ਖੇਤੀਬਾੜੀ ਨਾਲ ਜਿਹੜੇ ਜੁੜੇ ਹੋਏ ਲੋਕ ਆ, ਖੇਤੀ ਮਾਹਰ, ਉਹਨਾਂ ਨੇ ਵੀ ਇਹਦੇ ਤੇ ਕੀਤਾ ਸੀ ਵੀ ਇਹ ਘਟ ਕਿਉਂ ਗਈਆਂ। ਮੇਰੀ ਵੀ ਸਮਝ ਇਹ ਹੈ ਕਿ ਇਹਦਾ ਕਾਰਨ ਵੱਡਾ ਇਹ ਹੈ ਕਿ ਬੜੇ ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਆਪਣੀਆਂ ਫਸਲਾਂ ਦੇ ਉੱਤੇ ਕੀੜੇ ਮਾਰ ਦਵਾਈਆਂ ਛਿੜਕਣੀਆਂ ਸ਼ੁਰੂ ਕਰਤੀਆਂ ਜੀ। ਕੀੜੇ ਮਾਰ ਦਵਾਈਆਂ ਦਾ ਅਸਰ ਫਿਰ ਸਾਰਿਆਂ ਤੇ ਹੁੰਦਾ ਹੀ ਹੁੰਦਾ ਹੈ। ਜਿਹੜਾ ਵੀ ਜਾਨਵਰ ਉੱਥੇ ਕੁਛ ਖਾਂਦਾ, ਕਿਉਂਕਿ ਜੇ ਪਸ਼ੂ ਵੀ ਹੈ ਉਹ ਚਾਰਾ ਖਾਂਦੇ ਹੈ, ਹਰਾ ਚਾਰਾ ਖਾਂਦਾ, ਹਰੇ ਚਾਰੇ ਦੇ ਉੱਤੇ ਵੀ ਉਹਦਾ ਅਸਰ ਹੁੰਦਾ ਹੈ, ਉਹ ਸਾਡੇ ਜਿਸਮ ਦੇ ਵਿੱਚ ਵੀ ਆ ਜਾਂਦਾ ਹੈ। ਈਵਨ ਜਿਹੜੇ ਹੈਗੇ ਆ ਮਨੁੱਖਾਂ ਦੇ ਵਿੱਚ ਆਪਾਂ ਜਿਹੜੀ ਕਣਕ ਖਾਂਦੇ ਹਾਂ, ਕਣਕ ਦੇ ਉੱਤੇ ਵੀ ਸਪਰੇਆਂ ਵਗੈਰਾ ਕੀਤੀਆਂ ਹੁੰਦੀਆਂ ਜੀ, ਸਬਜ਼ੀਆਂ 'ਤੇ ਵੀ ਸਪਰੇਆਂ ਕੀਤੀਆਂ ਹੁੰਦੀਆਂ, ਅਸੀਂ ਉਹਨਾਂ ਨੂੰ ਖਾਂਦੇ ਹਾਂ। ਅਤੇ ਅੱਜ ਤੁਸੀਂ ਟੈਸਟ ਕਰਵਾ ਕੇ ਦੇਖ ਲਓ, ਤੁਹਾਡੇ ਵਿੱਚੋਂ ਵੀ ਜਿਸਮ ਦੇ ਵਿੱਚੋਂ ਵੀ ਕੁਛ ਨਾ ਕੁਛ ਜ਼ਹਿਰ ਦੇ ਅੰਸ਼ ਮਿਲਣਗੇ। ਮੈਂ ਬੜੇ ਵਾਰੀ ਇਸ ਕਿਸਮ ਦਾ ਦੇਖਿਆ ਵੀ ਆਮ ਤੌਰ 'ਤੇ ਹੁੰਦਾ ਕੀ ਹੈ ਵੀ ਕਈ ਵਾਰੀ ਗੈਰ ਕੁਦਰਤੀ ਪਰਿਸਥਿਤੀਆਂ ਦੇ ਵਿੱਚ ਕਿਸੇ ਬੰਦੇ ਦੀ ਮੌਤ ਹੋ ਜਾਂਦੀ ਹੈ। ਮਸਲਨ ਇੱਕ ਨਵੀਂ ਵਿਆਹੁਤਾ ਕੁੜੀ ਹੈ, ਨਾ ਵਿਆਹੀ ਕੁੜੀ ਹੈ, ਉਹ ਆਪਣੇ ਸਹੁਰੇ ਘਰ ਗਈ, ਉਹਨੂੰ ਕਿਸੇ ਕਿਸਮ ਦੀ ਕੋਈ ਅਟੈਕ ਵਗੈਰਾ ਹੋ ਗਿਆ ਕਿ ਉਹਦੀ ਡੈਥ ਹੋ ਗਈ। ਮਾਪਿਆਂ ਨੂੰ ਉਹਦੇ ਨੂੰ ਇਹ ਫਿਕਰ ਪੈ ਗਿਆ ਜਾਂ ਉਹਨਾਂ ਨੂੰ ਚਿੰਤਾ ਪੈ ਗਈ ਕਿ ਇਸ ਕੁੜੀ ਨੂੰ ਸ਼ਾਇਦ ਇਹਨਾਂ ਦੇ ਸਹੁਰਿਆਂ ਨੇ ਮਾਰਿਆ ਨਾ ਹੋਵੇ। ਅਤੇ ਜ਼ਿਆਦਾਤਰ ਆਪਾਂ ਦੇਖਦੇ ਹਾਂ ਵੀ ਕਈ ਮਾਮਲਿਆਂ ਦੇ ਵਿੱਚ, ਕਿਉਂਕਿ ਜਦੋਂ ਨਵਾਂ ਕੋਈ ਬੱਚਾ ਘਰੇ ਆਉਂਦਾ ਹੈ ਤਾਂ ਉਹਨੂੰ ਐਡਜਸਟਮੈਂਟ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਐਡਜਸਟਮੈਂਟ ਕਰਦਿਆਂ ਕਈ ਵਾਰੀ ਤੂੰ ਮੈਂ ਵੀ ਹੋ ਜਾਂਦੀ ਹੈ, ਤਰਕਲਾਮੀ ਕਰਨ 'ਚ ਆਮ ਹੀ ਹੋ ਜਾਂਦੀ ਹੈ। ਔਰ ਅੱਜ ਦੇ ਜ਼ਮਾਨੇ ਦੇ ਵਿੱਚ ਜਦੋਂ ਹਰ ਬੰਦੇ ਦੇ ਕੋਲ ਆਪਣਾ ਮੋਬਾਈਲ ਫੋਨ ਹੁੰਦਾ, ਕੁੜੀਆਂ ਆਪਣੇ ਪੇਕਿਆਂ ਨਾਲ ਗੱਲਾਂ ਬਾਤਾਂ, ਆਪਣੇ ਭੈਣਾਂ ਭਰਾਵਾਂ ਨਾਲ ਗੱਲਾਂ ਬਾਤਾਂ, ਆਪਣੀਆਂ ਸਹੇਲੀਆਂ ਨਾਲ ਗੱਲਾਂ ਬਾਤਾਂ ਕਰਦੀਆਂ ਰਹਿੰਦੀਆਂ ਕਿ ਜੀ ਮੈਨੂੰ ਆਹ ਪ੍ਰੋਬਲਮ ਆ ਰਹੀ ਹੈ, ਮੈਨੂੰ ਆਹ ਪ੍ਰੋਬਲਮ ਹੈ। ਜਦੋਂ ਕੋਈ ਇਹੋ ਜਿਹੀ ਸਥਿਤੀ ਹੋ ਜਾਂਦੀ ਹੈ ਅਤੇ ਮੌਤ ਹੋ ਜਾਂਦੀ ਹੈ
ਮੈਂ ਬੜੇ ਕੇਸਾਂ 'ਚ ਦੇਖਿਆ ਇਸ ਜਿਹੜੀ ਇਹੋ ਜਿਹੀ ਮੌਤ ਹੁੰਦੀ ਹੈ, ਉਸ ਮੌਤ ਦਾ ਅਸਲ ਕਾਰਨ ਕੀ ਹੈ, ਇਹ ਜਾਣਨ ਵਾਸਤੇ ਡਾਕਟਰ ਜਿਹੜੇ ਹੈਗੇ ਆ, ਕਿਉਂਕਿ ਡਾਕਟਰਾਂ ਦੇ ਕੋਲ ਕੋਈ ਸਿੱਧੀ ਪੱਧਰੀ ਗੱਲ ਨਹੀਂ ਹੁੰਦੀ। ਡਾਕਟਰ ਉਸ ਵੇਲੇ ਫਿਰ ਜਿਹੜਾ ਜਿਹਨੂੰ ਅਸੀਂ ਵਿਸਰਾ ਕਹਿ ਦਿੰਦੇ ਹਾਂ, ਸਾਡੇ ਮਿਹਦੇ ਦੇ ਵਿੱਚ ਹੁੰਦਾ ਜਿਹੜਾ ਵਿਸਰਾ ਲੈਂਦੇ ਹੈ, ਵਿਸਰੇ ਦਾ ਨਮੂਨਾ ਉਹ ਭੇਜਦੇ ਹੈ ਲੈਬਾਰਟਰੀ ਦੇ ਵਿੱਚ। ਲੈਬਾਰਟਰੀ ਦੇ ਵਿੱਚ ਫਿਰ ਉਹਦਾ ਜਿਹੜਾ ਕੈਮੀਕਲ ਐਗਜ਼ਾਮੀਨੇਸ਼ਨ ਹੁੰਦਾ ਹੈ, ਅਤੇ ਜਦੋਂ ਕੈਮੀਕਲ ਐਗਜ਼ਾਮੀਨੇਸ਼ਨ ਹੁੰਦਾ, ਆਮ ਤੌਰ ਦੇ ਉੱਤੇ ਅਸੀਂ ਦੇਖਿਆ ਬਹੁਤੇ ਕੇਸਾਂ ਦੇ ਵਿੱਚ ਕਿ ਕੈਮੀਕਲ ਐਗਜ਼ਾਮੀਨੇਸ਼ਨ ਦੇ ਵਿੱਚ ਆ ਜਾਂਦਾ ਕਿ ਇਹਦੇ ਵਿਸਰੇ ਦੇ ਵਿੱਚ ਜ਼ਹਿਰੀਲਾ ਤੱਤ ਹੈ ਜੀ, ਔਰ ਉਹਦਾ ਕਰਕੇ ਕਈ ਵਾਰੀ ਬੇਗੁਨਾਹਾਂ ਦੇ ਖਿਲਾਫ ਕੇਸ ਵੀ ਰਜਿਸਟਰ ਹੁੰਦਾ ਹੈ। ਅਤੇ ਮੈਂ ਕਈ ਜਿਹੜੇ ਸਿਆਣੇ ਡਾਕਟਰ ਹੈ ਜਿਨ੍ਹਾਂ ਦਾ ਪੋਸਟਮਾਰਟਮ ਦਾ ਬੜਾ ਤਜਰਬਾ, ਉਹਨਾਂ ਨਾਲ ਗੱਲ ਕੀਤੀ। ਉਹ ਕਹਿੰਦੇ ਜੀ ਅੱਜ ਦੇ ਜ਼ਮਾਨੇ 'ਚ ਕਿਸੇ ਦੀ ਵੀ ਮੌਤ ਹੋ ਜੇ, ਤੁਸੀਂ ਕਿਸੇ ਦਾ ਵੀ ਬਿਸਤਰਾ ਭੇਜ ਦਿਓ, 99.9 ਕੇਸਾਂ ਦੇ ਵਿੱਚ ਬਿਸਤਰੇ ਦੇ ਵਿੱਚ ਤੁਹਾਨੂੰ ਪੋਇਜ਼ਨ ਆਊਗਾ, ਕਿਉਂਕਿ ਇਹ ਸਾਰਾ ਕੁਛ ਆ ਹੈ। ਸੋ ਉਹਨਾਂ ਨੇ ਹੁਣ ਜਿਹੜੀਆਂ ਗਿਰਜਾਂ ਰਹੀਆਂ ਨਹੀਂ, ਅਤੇ ਇਹਨਾਂ ਨੇ ਡਾਕਟਰ ਹਰਸ਼ਵਰਧਨ ਹੋਰਾਂ ਨੇ ਕਿਹਾ ਕਿ ਗਿਰਜਾਂ ਅੱਗੇ ਦਰੱਖਤਾਂ 'ਤੇ ਹੁੰਦੀਆਂ, ਹੁਣ ਦਰੱਖਤਾਂ 'ਤੇ ਨਹੀਂ ਹੈ। ਹੁਣ ਧਰਤੀ ਦੇ ਉੱਤੇ ਜਿਹੜੇ ਲੋਕ ਵਿਚਰਦੇ ਹੈ, ਉਹਨਾਂ ਦੀ ਰੂਹ ਦੇ ਵਿੱਚ ਕਹਿੰਦੇ ਗਿਰਜਾਂ ਭਾਰੂ ਹੋ ਗਈਆਂ, ਗਿਰਜਾਂ ਵਰਗੀਆਂ ਉਹਨਾਂ ਦੇ ਹੋ ਗਈਆਂ। ਅਤੇ ਰਾਹੁਲ ਗਾਂਧੀ ਨੇ ਜਿਹੜਾ ਕਹਿੰਦੇ ਇਹ ਕੀਤਾ, ਇਹ ਜਿਹੜੀ ਉਹਨਾਂ ਦੀ ਟਿੱਪਣੀ ਹੈ, ਇਹ ਟਿੱਪਣੀ ਜਿਹੜੀ ਹੈਗੀ ਇਉਂ ਦਰਸਾਉਂਦਾ ਕਿ ਇਹਨਾਂ ਦੇ ਵਿੱਚ ਵੀ ਗਿਰਜ ਦੀ ਰੂਹ ਆ ਗਈ ਹੈ। ਮੇਰੇ ਖਿਆਲ ਮੁਤਾਬਕ ਇੱਕ ਡਾਕਟਰ ਨੂੰ ਇਸ ਕਿਸਮ ਦੀ ਜਿਹੜੀ ਹੈਗੀ ਹੈ ਭਾਸ਼ਾ ਨਹੀਂ ਵਰਤਣੀ ਚਾਹੀਦੀ, ਕਿਉਂਕਿ ਨਿਊਯਾਰਕ ਟਾਈਮਜ਼ ਦੀ ਜਿਹੜੀ ਰਿਪੋਰਟ ਹੈ ਉਹ ਸਾਡੇ ਕੋਲ ਨਹੀਂ ਚੱਲਦੀ। ਜਿਵੇਂ ਇੱਥੇ ਗੋਦੀ ਮੀਡੀਆ ਬੈਠ ਕੇ ਲਿਖਦਾ ਹੈ ਕਿ ਪ੍ਰਧਾਨ ਮੰਤਰੀ ਚਾਹੁੰਦਾ ਹੈ, ਗ੍ਰਹਿ ਮੰਤਰੀ ਚਾਹੁੰਦਾ ਕਿ ਉਹਨਾਂ ਦੇ ਮੁਤਾਬਕ ਹੀ ਖਬਰਾਂ ਲਿਖੀਆਂ ਜਾਣ। ਅਸੀਂ ਤਾਂ ਹੁਣ ਅੱਜ ਦੇਖੀਏ ਇੱਥੇ ਬੜੇ ਨਾਮਵਰ ਅਖਬਾਰ ਹੈ ਜਿਹੜੇ ਉਹਨਾਂ ਦੇ ਐਡੀਟੋਰੀਅਲ ਵੀ ਸਰਕਾਰ ਦੇ ਹੱਕ ਵਿੱਚ ਆਉਂਦੇ ਹੈ। ਕਈ ਵਾਰੀ ਜੇ ਕੋਈ ਐਡੀਟਰ ਆਪਣੀ ਨਿਰਪੱਖਤਾ ਦੇ ਨਾਲ ਚੱਲੇ ਅਤੇ ਉਹ ਆਪਣੀ ਗੱਲ ਕਹਿ ਦਿੰਦਾ, ਅਤੇ ਉਸ ਐਡੀਟਰ ਨੂੰ ਵੀ ਬਦਲ ਦਿੱਤਾ ਜਾਂਦਾ ਹੈ। ਮੇਰੀ ਯਾਦ ਹੈ ਇੱਕ ਵਾਰੀ ਹਿੰਦੁਸਤਾਨ ਟਾਈਮਜ਼ ਦਾ ਐਡੀਟਰ ਬੜਾ ਤਕੜਾ ਸੀ, ਔਰ ਉਹ ਬਹੁਤ ਵਧੀਆ ਤਰੀਕੇ ਨਾਲ ਆਪਣੀ ਗੱਲ ਕਰਦਾ ਸੀ। ਅਤੇ ਉਸੇ ਵੇਲੇ ਇਹਨਾਂ ਦਾ ਸਮਿਟ ਆਉਂਦਾ ਹੁੰਦਾ, ਹਰ ਸਾਲ ਦੇ ਸਾਲ ਹਿੰਦੁਸਤਾਨ ਟਾਈਮਜ਼ ਵਾਲੇ ਇੱਕ ਫੰਕਸ਼ਨ ਕਰਦੇ ਹੁੰਦੇ ਹੈ। ਉਹ ਸਮਿਟ ਦਾ ਕਹਿੰਦੇ ਜੀ ਸੱਦਾ ਪੱਤਰ ਦੇਣ ਵਾਸਤੇ ਇਹਨਾਂ ਦੇ ਪ੍ਰਬੰਧਕ ਗਏ ਗ੍ਰਹਿ ਮੰਤਰੀ ਕੋਲੇ ਕਿ ਜੀ ਤੁਸੀਂ ਆਉਣਾ ਹੈ। ਅਤੇ ਗ੍ਰਹਿ ਮੰਤਰੀ ਕਹਿੰਦਾ ਅੱਛਾ, ਅਸੀਂ ਤੁਹਾਡੇ ਸਮਿਟ 'ਤੇ ਆਈਏ ਅਤੇ ਸਾਡੇ ਖਿਲਾਫ ਤੁਹਾਡੀਆਂ ਖਬਰਾਂ ਤੁਹਾਡਾ ਅਖਬਾਰ ਕਿਵੇਂ ਲਿਖਦਾ। ਨਾਲ ਜਿਹੜਾ ਉਹਨਾਂ ਦਾ ਬਿਜ਼ਨਸ ਐਡਵਾਈਜ਼ਰ ਸੀ ਜਾਂ ਬਿਜ਼ਨਸ ਦਾ ਕੰਮ ਕਾਰੋਬਾਰ ਵੇਖਣ ਵਾਲਾ ਬੰਦਾ ਸੀ, ਉਹ ਸੀ। ਉਹ ਜਿਹੜੇ ਪ੍ਰਬੰਧਕ ਗਏ ਸੀ ਕਹਿੰਦੇ ਜੀ ਫਿਰ ਕਹਿੰਦੇ ਜੀ ਸਾਨੂੰ ਨਹੀਂ ਪਤਾ, ਅਸੀਂ ਨਹੀਂ ਆਉਣਾ ਜਾਂ ਕਹਿੰਦੇ ਇਹੋ ਜਿਹੇ ਬੰਦੇ ਨੂੰ ਲਾ ਦਿਓ। ਉਹਨਾਂ ਨੇ ਜੀ ਨਾਲ ਦੀ ਨਾਲ ਹੀ ਜਿਹੜਾ ਬੜਾ ਖੱਬੀ ਖਾਨ ਐਡੀਟਰ ਸੀ, ਦਾ ਬੜਾ ਵੱਡਾ ਨਾਂ ਸੀ ਭਾਰਤ ਦੇ ਵਿੱਚ, ਉਹਨੂੰ ਹਟਾਤਾ ਅਤੇ ਉਹਦੀ ਥਾਂ ਦੇ ਉੱਤੇ ਲਾਤਾ ਨਵਾਂ ਐਡੀਟਰ, ਜਿਹੜੇ ਐਡੀਟਰ ਨੂੰ ਬਿਜ਼ਨਸ ਦਾ ਤਜਰਬਾ ਤਾਂ ਸੀ ਲੇਕਿਨ ਐਡੀਟੋਰੀਅਲ ਦਾ ਤਜਰਬਾ ਨਹੀਂ ਸੀ। ਇਹ ਭਾਰਤ ਦੇ ਵਿੱਚ ਹੁੰਦਾ ਹੈ, ਪਰ ਅਮਰੀਕਾ ਦੇ ਵਿੱਚ ਆਪਾਂ ਜੇ ਕਹਿ ਦਈਏ ਇਸ ਤਰ੍ਹਾਂ ਉਹ ਨਹੀਂ ਹੁੰਦਾ। ਔਰ ਜਿਹੜੀ ਮੇਰੀ ਜਾਣਕਾਰੀ ਹੈ, ਮੈਂ ਅੱਜ ਕਾਫੀ ਅਖਬਾਰਾਂ ਨੂੰ ਦੇਖਿਆ ਇਸ ਮਾਮਲੇ 'ਤੇ, ਕਹਿੰਦੇ ਹੈ ਕਿ ਨਿਊਯਾਰਕ ਟਾਈਮਜ਼ ਵਾਲਿਆਂ ਨੇ ਇਹ ਜਿਹੜੀ ਰਿਪੋਰਟ ਦਿੱਤੀ ਹੈ ਆਪਣੇ ਪੱਧਰ 'ਤੇ ਨਹੀਂ ਦਿੱਤੀ। ਉਹਨਾਂ ਨੇ 3-4 ਯੂਨੀਵਰਸਿਟੀਆਂ ਤੋਂ ਉਹਨਾਂ ਨੇ ਜਿਹੜੇ ਹੈਗੇ ਆ ਸਾਰਾ ਸਰਵੇਖਣ ਕਰਵਾਇਆ, ਸਟੱਡੀ ਕਰਵਾਈ ਹੈ ਕਿ ਤੁਸੀਂ ਦੱਸੋ ਕੀ ਹੈ। ਔਰ ਉਸ ਸਟੱਡੀ ਦੇ ਲਈ ਜਿਹੜਾ ਮਟੀਰੀਅਲ ਇਸਤੇਮਾਲ ਕੀਤਾ ਗਿਆ, ਜਿਹੜੇ ਡਾਕੂਮੈਂਟ ਇਸਤੇਮਾਲ ਕੀਤੇ ਗਏ, ਉਹ ਭਾਰਤ ਦੇ ਵਿੱਚੋਂ ਵੀ ਗਏ, ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਹਰ ਚੀਜ਼ ਤੁਹਾਨੂੰ ਇੰਟਰਨੈਟ 'ਤੇ ਮਿਲ ਜਾਣੀ ਹੈ। ਬਿਲਕੁਲ ਜੀ, ਉਹਨਾਂ ਨੇ ਇੰਟਰਨੈਟ ਤੋਂ ਕੱਢ ਕੇ ਸਾਰਾ ਕੁਛ ਦੇਖਿਆ ਕਿ ਹਾਂ ਇਹ ਸਾਰਾ ਕੁਛ ਭਾਰਤ ਦੇ ਵਿੱਚ ਹੋ ਰਿਹਾ। ਚਲੋ ਆਪਾਂ ਉਹਨਾਂ ਨੂੰ ਛੱਡ ਦਈਏ, ਸਾਰਾ ਕੁਛ ਤੁਸੀਂ ਵੀ ਦੇਖਿਆ, ਮੈਂ ਵੀ ਦੇਖਿਆ, ਆਪਾਂ ਸ਼ਹਿਰਾਂ 'ਚ ਦੇਖੀਏ, ਪਿੰਡਾਂ 'ਚ ਦੇਖੀਏ। ਇਸ ਵੇਲੇ ਬਹੁਤ ਜਿਹੜੀਆਂ ਮੌਤਾਂ ਹੋਈਆਂ, ਇਹ ਮੌਤਾਂ ਸਿਰਫ ਉਹੀ ਰਜਿਸਟਰ ਹੁੰਦੀਆਂ ਜਿਹੜੀਆਂ ਹਸਪਤਾਲਾਂ 'ਚ ਜਾਂਦੀਆਂ। ਜਿਹੜੇ ਲੋਕ ਘਰਾਂ 'ਚ ਮਰ ਰਹੇ ਹੈ, ਜਿਹੜੇ ਲੋਕ ਮਤਲਬ ਜਿਹੜੇ ਹੈ ਝੋਲਾ ਛਾਪ ਡਾਕਟਰਾਂ ਦੇ ਕੋਲੋਂ ਇਲਾਜ ਕਰਵਾਉਂਦੇ ਹੈ, ਉਹਨਾਂ ਦੀ ਤਾਦਾਦ ਤਾਂ ਬਹੁਤ ਜ਼ਿਆਦਾ ਹੈ। ਬਿਲਕੁਲ ਜੀ, ਅੱਜ ਕੱਲ੍ਹ ਦੀ ਤਾਂ ਸਥਿਤੀ ਹੈ ਕਿ ਕਿਉਂਕਿ ਸਰਕਾਰ ਨੇ ਵੀ ਕਹਿ ਦਿੱਤਾ ਕਿ ਜੇ ਕਿਸੇ ਨੂੰ ਕਰੋਨਾ ਹੋ ਵੀ ਜਾਂਦਾ ਹੈ ਤਾਂ ਉਹਨੂੰ ਜੇ ਲੈਵਲ 3 ਹੋ ਗਿਆ, ਲੈਵਲ 2 ਹੋ ਗਿਆ ਤਾਂ ਉਹਨੂੰ ਜਾਣ ਦੀ ਲੋੜ ਹੈ। ਜੇ ਉਹਨੂੰ ਇਹ ਲੈਵਲ 1 'ਚ ਹੀ ਹੈ ਅਤੇ ਉਹ ਘਰੇ ਰਹੇ, ਅਤੇ ਉਹਨੂੰ ਪੰਜਾਬ ਦੇ ਵਿੱਚ ਤਾਂ ਫਤਿਹ ਕਿੱਟ ਭੇਜ ਦਿੰਦੇ ਜੇ ਦਵਾਈਆਂ ਵਗੈਰਾ ਸਾਰੀਆਂ ਹੁੰਦੀਆਂ ਵੀ ਤੁਸੀਂ ਉਹ ਲੈ ਲਓ ਕਿ ਤੁਹਾਨੂੰ ਕੋਈ ਆਉਣ ਦੀ ਲੋੜ ਨਹੀਂ। ਅਤੇ ਜਿਹੜੇ ਉਹੋ ਜਿਹੇ ਲੋਕ ਜਿਹੜੇ ਮਤਲਬ ਜਿਹਦੇ ਨਹੀਂ ਕੋਈ ਇਸ ਤਰ੍ਹਾਂ ਦਾ ਟੈਸਟ ਵਗੈਰਾ ਕਰਵਾਇਆ ਹੁੰਦਾ, ਕਿੰਨੇ ਲੋਕ ਤਾਂ ਉਹ ਮਰਦੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੌਤ ਦਾ ਅੰਕੜਾ ਬਹੁਤ ਜ਼ਿਆਦਾ, ਮੌਤ ਦੇ ਅੰਕੜੇ ਛੁਪਾਏ ਜਾ ਰਹੇ ਹੈ। ਪਰ ਇੱਕ ਕੌਮੀ ਪੱਧਰ ਦੇ ਆਗੂ ਨੂੰ ਦੀ ਤੁਲਨਾ ਇੱਕ ਗਿਰਜ ਨਾਲ ਕਰਨੀ, ਇਹ ਗੱਲ ਚੰਗੀ ਨਹੀਂ। ਬਿਲਕੁਲ ਜੀ, ਸੋ ਇਹ ਤਾਂ ਸੀ ਭਾਰਤੀ ਰਾਜਨੀਤੀ ਦੀ ਖਬਰ, ਬਿਆਨਬਾਜ਼ੀਆਂ ਕਿਉਂਕਿ ਲਗਾਤਾਰ ਚੱਲਦੀਆਂ ਹੀ ਰਹਿੰਦੀਆਂ ਨੇ। ਸੋ ਇਸੇ ਦੌਰਾਨ ਕਿਸਾਨਾਂ ਦਾ ਜਿਹੜਾ ਹੈ ਅੰਦੋਲਨ ਉਹ ਵੀ ਲਗਾਤਾਰ ਜਾਰੀ ਹੈ, ਜਿਸ ਦੌਰਾਨ 26 ਜਨਵਰੀ ਨੂੰ ਹੋਈ ਸੀ ਇੱਕ ਹਿੰਸਾ। ਸੋ ਉਸ ਹਿੰਸਾ ਦੇ ਮਾਮਲੇ ਦੇ ਵਿੱਚ ਪੁਲਿਸ ਦਾ ਬਿਆਨ ਆਇਆ ਕਿ ਜਿਹੜਾ ਹਜੂਮ ਸੀ ਉਹਦਾ ਇਰਾਦਾ ਲਾਲ ਕਿਲ੍ਹੇ ਨੂੰ ਨਵੇਂ ਕਿਸਾਨ ਮੋਰਚੇ ਵਿੱਚ ਤਬਦੀਲ ਕਰਨਾ ਸੀ। ਜੀ ਦੇਖੋ, ਗੱਲ ਇਹ ਹੈ ਕਿ ਪੰਜਾਬੀ ਦੀ ਇੱਕ ਕਹਾਵਤ ਹੈ, ਭੈੜੇ ਭੈੜੇ ਯਾਰ ਸਾਡੀ ਫਤੋ ਦੇ। ਜੀ, ਇਹ ਸਾਡੀ ਜਿਹੜੀ ਦਿੱਲੀ ਦੀ ਪੁਲਿਸ ਹੈ, ਦਿੱਲੀ ਦੀ ਪੁਲਿਸ ਜਿਹੜੀ ਹੈ ਬਹੁਤ ਸਿਆਣੀ ਹੈ,
ਲੇਕਿਨ ਦਿੱਲੀ ਦੀ ਪੁਲਿਸ ਨੂੰ ਜੇ ਅਸੀਂ ਕਹਿ ਦਈਏ ਕਿ ਉਹ ਪ੍ਰੋਫੈਸ਼ਨਲ ਢੰਗ ਤਰੀਕੇ ਨਾਲ ਕੰਮ ਕਰਦੀ ਹੈ, ਉਹ ਨਹੀਂ ਕਰਦੀ। ਉਹ ਇਹ ਦੇਖਦੀ ਹੈ ਕਿ ਜਿਹੜੀ ਗ੍ਰਹਿ ਵਿਭਾਗ ਆ ਉਹ ਚਾਹੁੰਦਾ ਕੀ ਹੈ ਜੀ। ਗ੍ਰਹਿ ਵਿਭਾਗ ਬੜੇ ਲੰਬੇ ਸਮੇਂ ਤੋਂ ਲੱਗਿਆ ਹੋਇਆ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾਵੇ। ਬਿਲਕੁਲ ਜੀ। 26 ਜਨਵਰੀ ਨੂੰ ਜੋ ਕੁਝ ਹੋਇਆ ਉਹ ਅਚਨਚੇਤ ਨਹੀਂ ਹੋਇਆ, ਉਹਦੀ ਤਿਆਰੀ ਪਹਿਲਾਂ ਸੀ। ਔਰ ਉਹਦੀ ਜਿਹੜੀ ਆਪਾਂ ਕਹਿ ਦਈਏ ਪਟ ਕਥਾ ਹੈ, ਜਿਹਨੂੰ ਪੰਜਾਬੀ 'ਚ ਆਪਾਂ ਪਟ ਕਥਾ ਕਹਿ ਦਿੰਦੇ ਹਾਂ ਤੇ ਅੰਗਰੇਜ਼ੀ 'ਚ ਕਹਿੰਦੇ ਸਕ੍ਰਿਪਟ। ਬਿਲਕੁਲ ਜੀ। ਉਹਦੀ ਸਕ੍ਰਿਪਟ ਵੀ ਹੈ ਜਿਹੜੀ ਉਹ ਭਾਰਤ ਸਰਕਾਰ ਨੇ ਲਿਖੀ ਸੀ। ਉਹਦੀ ਮੈਂ ਤੁਹਾਨੂੰ ਸਭ ਤੋਂ ਵੱਡੀ ਮਿਸਾਲ ਦਿੰਦਾ ਕਿ 26 ਜਨਵਰੀ ਤੋਂ ਪਹਿਲਾਂ ਸ਼ਾਇਦ 22 ਜਨਵਰੀ ਨੂੰ ਜਿਹੜੀ ਆਖਰੀ ਮੀਟਿੰਗ ਹੁੰਦੀ ਹੈ ਕੇਂਦਰੀ ਵਜ਼ੀਰਾਂ ਦੇ ਨਾਲ, ਜਿਹੜੀ ਮੀਟਿੰਗ ਬੇਸਿੱਟਾ ਨਿਕਲੀ ਸੀ, ਜਿਹਦੇ ਵਿੱਚ ਇਹ ਕਹਿ ਦਿੱਤਾ ਸੀਗਾ ਸਾਡੇ ਗ੍ਰਹਿ ਮੰਤਰੀ ਨਰਿੰਦਰ ਸਿੰਘ ਤੋਮਰ ਹੋਰਾਂ ਨੇ ਕਿ ਜੀ ਗੱਲ ਹੈ ਤੁਸੀਂ ਸਾਨੂੰ ਕੋਈ ਪ੍ਰਪੋਜ਼ਲ ਦਿਓ, ਇਹ ਖੇਤੀ ਕਾਨੂੰਨ ਤਾਂ ਨਹੀਂ ਤਬਦੀਲ ਹੋਣੇ, ਖੇਤੀ ਕਾਨੂੰਨ ਤਾਂ ਬਰਕਰਾਰ ਰਹਿਣਗੇ, ਇਹ ਤੋਂ ਸਿਵਾਏ ਜੇ ਤੁਹਾਡੇ ਕੋਲ ਕੋਈ ਤਜਵੀਜ਼ ਜਾਂ ਕੋਈ ਪ੍ਰਪੋਜ਼ਲ ਆ ਸਾਨੂੰ ਉਹ ਦੇ ਦਿਓ, ਅਸੀਂ ਉੱਤੇ ਵਿਚਾਰ ਕਰਨ ਨੂੰ ਤਿਆਰ ਹਾਂ, ਸਾਡਾ ਦਰ ਤੁਹਾਡੇ ਲਈ ਖੁੱਲ੍ਹਾ ਹੈ। ਪ੍ਰਧਾਨ ਮੰਤਰੀ ਨੇ ਵੀ ਉਹ ਤੋਂ ਬਾਅਦ 'ਚ ਕਹਿ ਦਿੱਤਾ ਸੀ ਜੀ ਇੱਕ ਕਾਲ ਕੀ ਦੂਰੀ ਹੈ, ਟੈਲੀਫੋਨ ਕਾਲ ਕਰ ਲਓ, ਇਹ ਤੋਂ ਬਾਅਦ ਤਾਂ ਕੁਛ ਹੈ ਨਹੀਂ। ਉਦਣ ਜਿਹੜੀ ਹੈਗੀ ਹੈ ਗੱਲ ਕਹੀ ਸੀਗੀ ਨਰਿੰਦਰ ਸਿੰਘ ਤੋਮਰ ਨੇ ਕਿ ਤੁਸੀਂ ਵੀ 26 ਜਨਵਰੀ ਦੀ ਤਿਆਰੀ ਕਰਨੀ ਹੋਣੀ ਹੈ ਅਤੇ ਅਸੀਂ ਵੀ ਤਿਆਰੀ ਕਰਨੀ ਹੈ, ਫਿਰ ਤੁਸੀਂ ਵੀ ਜਾਓ ਅਤੇ ਅਸੀਂ ਵੀ ਜਾ ਕੇ ਤਿਆਰੀ ਕਰਦੇ ਹਾਂ, ਤੁਸੀਂ ਵੀ ਆਪਣੀ ਤਿਆਰੀ ਕਰੋ ਜੀ। ਕਿਸਾਨਾਂ ਨੇ ਤਾਂ ਤਿਆਰੀ ਇਹ ਕਰਨੀ ਹੈ ਕਿਉਂਕਿ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਣਾ ਸੀ। ਬਿਲਕੁਲ ਜੀ। ਔਰ ਉਹ ਟਰੈਕਟਰ ਮਾਰਚ ਜਿਹੜਾ ਉਹਨਾਂ ਨੂੰ ਰੂਟ ਦਿੱਤਾ ਸੀ, ਉਹਨਾਂ ਨੇ ਉਸੇ ਰੂਟ 'ਤੇ ਕੱਢਣਾ ਸੀ, ਉਹ ਸਹਿਮਤ ਹੋ ਗਏ ਸੀ। ਉਹ ਟਰੈਕਟਰ ਮਾਰਚ ਕੱਢਣ ਦਾ ਉਹਨਾਂ ਦਾ ਮਕਸਦ ਕੀ ਸੀ? 26 ਜਨਵਰੀ ਸਾਡਾ ਗਣਤੰਤਰਤਾ ਦਿਵਸ ਹੈ, ਉਸ ਦਿਨ ਇੱਕ ਪਾਸੇ ਗਣਤੰਤਰਤਾ ਦਿਵਸ ਦੀ ਕਵਰੇਜ ਹੋਣੀ ਸੀ। ਦੁਨੀਆ ਭਰ ਦਾ ਮੀਡੀਆ ਜਿਹੜਾ ਦਿੱਲੀ ਦੇ ਵਿੱਚ ਆਇਆ ਸੀ ਕਿ ਇੱਕ ਨਵਾਂ ਤਜਰਬਾ ਹੋ ਰਿਹਾ ਭਾਰਤ ਦੇ ਵਿੱਚ। ਬਿਲਕੁਲ। ਇੱਕ ਕਿਸਾਨ ਅੰਦੋਲਨ ਚੱਲ ਰਿਹਾ ਜਿਹੜਾ ਲੋਕ ਅੰਦੋਲਨ ਬਣ ਗਿਆ। ਇਸ ਲੋਕ ਅੰਦੋਲਨ ਨੂੰ ਆਪਾਂ ਜਾ ਕੇ ਦੇਖੀਏ ਕਿ ਕੀ ਕੁਛ ਇਹ ਕਿਸ ਕਿਸਮ ਦਾ ਟਰੈਕਟਰ ਮਾਰਚ ਹੈ। ਔਰ ਉਸ ਟਰੈਕਟਰ ਮਾਰਚ ਦੇ ਜ਼ਰੀਏ ਉਹਨਾਂ ਨੇ ਟਰੈਕਟਰ ਮਾਰਚ ਨਹੀਂ ਕੱਢਣਾ ਸੀ, ਝਾਕੀਆਂ ਵੀ ਤਿਆਰ ਕੀਤੀਆਂ ਸੀ। ਕਿਸਾਨੀ ਦਾ ਕੀ ਯੋਗਦਾਨ ਆ ਭਾਰਤ ਦੇ ਸੰਦਰਭ ਦੇ ਵਿੱਚ, ਦੁਨੀਆ ਦੇ ਸੰਦਰਭ ਦੇ ਵਿੱਚ, ਜਿਹਨੂੰ ਅਸੀਂ ਕਿਸਾਨ ਨੂੰ ਅੰਨਦਾਤਾ ਕਹਿੰਦੇ, ਉਹ ਅੰਨਦਾਤੇ ਨਾਲ ਰਿਲੇਟਡ ਜਿਹੜੀਆਂ ਝਾਕੀਆਂ ਸੀ ਉਹ ਸਾਰਾ ਕੁਛ ਉੱਥੇ ਉਹਨਾਂ ਨੇ ਤਿਆਰ ਕਰਨਾ ਸੀ। ਲੇਕਿਨ ਅਚਨਚੇਤ 25 ਤਾਰੀਖ ਦੀ ਰਾਤ ਨੂੰ ਹੀ ਕਿਸਾਨਾਂ ਦਾ ਜਿਹੜਾ ਮੇਨ ਸਿੰਘੂ ਵਾਲਾ ਜਿਹੜਾ ਉਹਨਾਂ ਦਾ ਮੋਰਚਾ ਹੈ, ਉਸ ਮੋਰਚੇ ਦੇ ਮੰਚ ਦੇ ਉੱਤੇ ਕਬਜ਼ਾ ਹੋ ਜਾਂਦਾ ਹੈ ਜੀ। ਔਰ ਉਸ ਕਬਜ਼ੇ ਦੇ ਉੱਤੇ ਕੁਝ ਲੋਕਾਂ ਨੇ ਆ ਕੇ ਊਲ ਜਲੂਲ ਜਿਹੜੇ ਭਾਸ਼ਣਬਾਜ਼ੀ ਵੀ ਸ਼ੁਰੂ ਕਰਤੀ। ਉਸ ਭਾਸ਼ਣਬਾਜ਼ੀ ਤੋਂ ਬਾਅਦ ਉਹਨਾਂ ਨੇ ਕਹਿ ਦਿੱਤਾ ਜੀ ਇਹ ਜਿਹੜੇ ਹੈ ਇਹਨਾਂ ਦੀਆਂ ਲੱਤਾਂ 'ਚ ਤਾਂ ਜਾਣ ਹੀ ਹੈ ਨਹੀਂ ਕਿਸਾਨ ਲੀਡਰਾਂ ਦੀ। ਜਿਹੜੇ ਰੂਟ 'ਤੇ ਜਿਹੜਾ ਰੂਟ ਇਹਨਾਂ ਨੂੰ ਦਿੱਤਾ ਗਿਆ ਪਹਿਲਾਂ ਵਾਲੇ ਰੂਟ 'ਤੇ ਕਿਉਂ ਨਹੀਂ ਜਾਂਦੇ ਜਿਸ ਤਰ੍ਹਾਂ ਪਹਿਲਾਂ ਵਾਲੇ ਰੂਟ 'ਤੇ ਜਾਵਾਂਗੇ ਜੀ। ਔਰ ਉਹ ਇਹ ਵੀ ਖਬਰਾਂ ਆਈਆਂ ਸੀ ਕਿ ਉਸ ਦਿਨ ਜਿਹੜੀ ਪੰਨੂ ਪੰਧੇਰ ਵਾਲੀ ਜਿਹੜਾ ਹੈਗਾ ਕੈਂਪ ਹੈ, ਉਸ ਕੈਂਪ ਵਾਲੇ ਪਾਸੇ ਹਾਲਾਂਕਿ ਬਹੁਤ ਤਕੜੀ ਬੈਰੀਕੇਡਿੰਗ ਲੱਗੀ ਹੋਈ ਸੀ। ਰਾਤ ਨੂੰ ਦਿੱਲੀ ਦੇ ਪੁਲਿਸ ਅਫਸਰਾਂ ਦੀ ਇੱਕ ਟੀਮ ਆਉਂਦੀ ਹੈ, ਉਹ ਆ ਕੇ ਉੱਥੇ ਇੱਕ ਮੀਟਿੰਗ ਕਰਦੀ ਹੈ। ਔਰ ਉਹ ਮੀਟਿੰਗ ਕਰਨ ਤੋਂ ਬਾਅਦ ਫਿਰ ਬਾਅਦ ਦੇ ਵਿੱਚ ਸਵੇਰੇ 7 ਵਜੇ ਤੋਂ ਪਹਿਲਾਂ ਹੀ ਉਹ ਬੈਰੀਕੇਡ ਖੁੱਲ੍ਹ ਜਾਂਦੇ ਹੈ ਜੀ। ਉਹ ਬੈਰੀਕੇਡ ਖੁੱਲ੍ਹ ਜਾਂਦੇ ਆ, ਲੋਕ ਜਾਂਦੇ ਹੈ, ਲੋਕਾਂ ਨੂੰ ਕੋਈ ਰੋਕਦਾ ਨਹੀਂ ਲਾਲ ਕਿਲ੍ਹੇ ਵਾਲੇ ਪਾਸੇ ਜਾਣ ਤੋਂ। ਇੱਥੋਂ ਤੱਕ ਕਿ ਜਿਹੜੀ ਇਹਨਾਂ ਨੇ ਰੂਟ ਦਿੱਤਾ ਹੋਇਆ ਸੀ ਕਿਸਾਨ ਆਗੂਆਂ ਨੂੰ, ਕਿਸਾਨ ਜਦੋਂ ਉਸ ਰੂਟ 'ਤੇ ਜਾਣ ਲੱਗੇ ਤੇ ਉਹਨਾਂ ਨੂੰ ਵੀ ਰੋਕਾਂ ਪਾ ਕੇ ਕਿਹਾ ਗਿਆ ਕਿ ਤੁਸੀਂ ਇਸ ਪਾਸੇ ਨੂੰ ਜਾਓ, ਲਾਲ ਕਿਲ੍ਹੇ ਵਾਲੇ ਪਾਸੇ ਨੂੰ ਭੇਜੋ। ਕਿਉਂਕਿ ਜਿਹੜੀ ਸਕ੍ਰਿਪਟ ਆਪਾਂ ਗੱਲ ਕਹੇ ਨਰਿੰਦਰ ਤੋਮਰ ਨੇ ਕਿਹਾ ਸੀ ਅਸੀਂ ਵੀ ਤਿਆਰੀ ਕਰਨੀ ਹੈ, ਉਹ ਤਿਆਰੀ ਆਹੀ ਸੀ। ਅੱਛਾ ਜੀ। ਉਹ ਤਿਆਰੀ ਇਹੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਲਾਲ ਕਿਲ੍ਹੇ ਵਾਲੇ ਪਾਸੇ ਲਿਜਾਇਆ ਜਾਵੇ ਅਤੇ ਫਿਰ ਲਾਲ ਕਿਲ੍ਹੇ ਵਾਲੇ ਪਾਸੇ ਲਿਜਾ ਕੇ ਜੋ ਕੁਛ ਲਾਲ ਕਿਲ੍ਹੇ ਦੇ ਵਿੱਚ ਹੋਇਆ ਮੈਂ ਉਹਨੂੰ ਦੁਹਰਾਉਣਾ ਨਹੀਂ ਚਾਹੁੰਦਾ। ਉਹ ਤੋਂ ਬਾਅਦ ਇਹ ਸੀ ਕਿ ਇਸ ਅੰਦੋਲਨ ਨੂੰ ਬਦਨਾਮ ਕਰ ਦਿੱਤਾ ਜਾਵੇ। ਔਰ ਇਹ ਅੰਦੋਲਨ ਕਿਸੇ ਹੱਦ ਤੱਕ ਬਦਨਾਮੀ ਦਾ ਟਿੱਕਾ ਲੱਗਿਆ ਵੀ। ਇਹ ਉਦੋਂ ਟਿੱਕਾ ਲੱਗਿਆ ਹਰਪ੍ਰੀਤ, ਜਦੋਂ ਵੱਡੇ ਪੱਧਰ ਦੇ ਉੱਤੇ ਜਿਹੜੇ ਹਰਿਆਣੇ ਨਾਲ ਸੰਬੰਧਿਤ ਕਿਸਾਨ ਸੀ ਉਹ ਵਾਪਸ ਮੁੜਨੇ ਸ਼ੁਰੂ ਹੋ ਗਏ। 25-26 ਨੂੰ ਮੈਂ ਵੀ ਉੱਥੇ ਹੀ ਸੀ, 25 ਦੀ ਰਾਤ ਨੂੰ ਮੈਂ ਵੀ ਉੱਥੇ ਹੀ ਸੀਗਾ। ਅੱਛਾ ਜੀ। ਔਰ ਜਦੋਂ ਸਵੇਰੇ ਅਸੀਂ 26 ਨੂੰ ਨਿਰਾਸ਼ ਹੋ ਕੇ, ਅਸੀਂ ਵੀ ਨਿਰਾਸ਼ ਹੋਏ ਸੀ, ਵਾਪਸ ਆ ਰਹੇ ਸਾਂ ਅਤੇ ਟਰੈਕਟਰ ਟਰਾਲੀਆਂ ਵਾਪਸ ਜਾਂਦੀਆਂ ਸੀ ਅਤੇ ਫਿਰ ਅਸੀਂ ਇਹ ਦੇਖਿਆ ਕਿ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਲੰਗਰ ਲੱਗੇ ਹੋਏ ਸੀ, ਜਿੱਥੇ ਟੋਲ ਪਲਾਜੇ ਸੀ, ਉੱਥੇ ਹਰਿਆਣਾ ਦੀਆਂ ਬੀਬੀਆਂ ਚੂੜੀਆਂ ਲੈ ਕੇ ਅਤੇ ਚੁੰਨੀਆਂ ਲੈ ਕੇ ਖੜੀਆਂ ਹੋਈਆਂ ਸੀ। ਵਾਪਸ ਮੁੜਨ ਵਾਲਿਆਂ ਨੂੰ ਕਹਿੰਦੇ ਸੀ ਆਹ ਪਹਿਨੂੰ ਚੂੜੀਆਂ ਅਤੇ ਆਹ ਲਓ ਚੁੰਨੀਆਂ, ਤੁਸੀਂ ਔਰਤਾਂ ਵਾਲੇ ਕੰਮ ਕਰੋ ਅਤੇ ਅਸੀਂ ਜਾਣੀਆਂ ਮੋਰਚੇ ਦੇ ਵਿੱਚ। ਉਹਨਾਂ ਨੇ ਉਹਨਾਂ ਨੂੰ ਲੋਕਾਂ ਨੂੰ ਮੋੜਿਆ, ਉਹਦਾ ਅਸਰ ਬੁਰਾ ਭੈੜਾ ਪਿਆ ਸੀ ਜੀ। ਖੈਰ ਇਹ ਤਾਂ ਮਤਲਬ ਭਲਾ ਹੋਵੇ ਟਕੈਤ ਸਾਹਿਬ ਦਾ, ਅਤੇ ਮੈਂ ਕਹੂੰਗਾ ਥੈਂਕਸ ਯੂਪੀ ਦੀ ਪੁਲਿਸ ਦਾ ਅਤੇ ਦਿੱਲੀ ਦੀ ਪੁਲਿਸ ਦਾ, ਜਿਨ੍ਹਾਂ ਨੇ ਬੇਲੋੜਾ ਜਾ ਕੇ ਉਹਨਾਂ ਨੂੰ ਛੇੜ ਲਿਆ। ਉਹਨਾਂ ਦੀਆਂ ਅੱਖਾਂ ਦੇ ਵਿੱਚੋਂ 2 ਹੰਝੂ ਡਿੱਗੇ ਅਤੇ ਉਹਦੇ ਨਾਲ ਜਿਹੜਾ ਅੰਦੋਲਨ ਫਿਰ ਖੜ੍ਹਾ ਹੋ ਗਿਆ ਅਤੇ ਅੱਜ ਉਸ ਅੰਦੋਲਨ ਨੇ ਭਾਰਤ ਸਰਕਾਰ ਨੂੰ ਵਕਤ ਪਾਇਆ ਹੋਇਆ ਹੈ। ਔਰ ਤੁਸੀਂ ਦੇਖੋ ਬੰਗਾਲ ਦੀ ਚੋਣ ਜਿਹੜੀ ਹੈ ਇਸ ਅੰਦੋਲਨ ਦੀ ਵਜ੍ਹਾ ਕਾਰਨ ਭਾਰਤੀ ਜਨਤਾ ਪਾਰਟੀ ਨੂੰ ਹਾਰੀ ਹੈ, ਕਿਉਂਕਿ ਕਿਸਾਨਾਂ ਨੇ ਉੱਥੇ ਜਾ ਕੇ ਜਿਹੜਾ ਗੱਲ ਕੀਤਾ। ਬੰਗਾਲ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਵਿੱਚ ਪੰਚਾਇਤੀ ਚੋਣਾਂ ਹੋਈਆਂ, ਭਾਰਤੀ ਜਨਤਾ ਪਾਰਟੀ ਦਾ ਉੱਥੇ ਜਿਹੜਾ ਹੈਗਾ ਮੰਜਾ ਮੁੱਦਾ ਵੱਜ ਗਿਆ। ਬਿਲਕੁਲ ਗੱਲ ਇੱਥੇ ਨਹੀਂ ਰੁਕੀ।
ਹੁਣ ਜਿਹੜੀ ਹੈਗੀ ਆ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀਆਂ 2022 ਦੇ ਵਿੱਚ ਬਿਹਾਰ ਤੁਹਾਡੀਆਂ ਯੂਪੀ ਦੀਆਂ ਚੋਣਾਂ ਆਉਣੀਆਂ, ਉੱਤਰਾਖੰਡ ਦੀਆਂ ਚੋਣਾਂ ਆਉਣੀਆਂ, ਉੱਥੇ ਕਿੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ। ਇਹਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਪਿਛਲੇ ਐਤਵਾਰ ਜੀ RSS ਨੇ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਨਰਿੰਦਰ ਮੋਦੀ ਸਾਹਿਬ, ਅਮਿਤ ਸ਼ਾਹ ਜੀ ਔਰ ਜਿਹੜੇ JP ਨੱਡਾ ਨੈਸ਼ਨਲ ਪ੍ਰੈਜ਼ੀਡੈਂਟ ਆ ਭਾਰਤੀ ਜਨਤਾ ਪਾਰਟੀ ਦੇ, ਇਹਨਾਂ ਨਾਲ ਮੀਟਿੰਗ ਕੀਤੀ ਜੀ ਕਿ ਆਹ ਮੁਸੀਬਤ ਦੇ ਵਿੱਚੋਂ ਨਿਕਲੀ ਹੈ ਕਿਵੇਂ, ਜਿਹੜੀ ਚੁਣੌਤੀ ਐਡੀ ਵੱਡੀ ਇਹਨੂੰ ਕਿਵੇਂ ਕੰਟਰੋਲ ਕਰੀਏ। ਔਰ ਉਹ ਤੋਂ ਬਾਅਦ ਕੀ ਹੁੰਦਾ ਹੈ, ਫਿਰ ਲਖਨਊ ਦੇ ਵਿੱਚ ਜਾ ਕੇ ਮੀਟਿੰਗਾਂ ਹੁੰਦੀਆਂ। ਮੇਰੇ ਖਿਆਲ ਮੁਤਾਬਕ ਜਿਹੜੀ ਮੈਨੂੰ ਹੈ, ਕੱਲ੍ਹ ਤੱਕ ਕੁਛ ਤਬਦੀਲੀਆਂ ਹੋਣਗੀਆਂ ਯੂਪੀ ਦੇ ਵਿੱਚ। ਜੀ ਯੂਪੀ ਦੇ ਵਿੱਚ ਰੀਸ਼ਫਲ ਹੋਣੀ ਹੈ ਕੈਬਨਿਟ ਦੇ ਵਿੱਚ, ਔਰ ਕੁਛ ਅਜਿਹੇ ਬੰਦਿਆਂ ਨੂੰ ਕੈਬਨਿਟ ਦੇ ਵਿੱਚ ਪਾਇਆ ਜਾਊਗਾ ਜਿਹੜੇ ਬੰਦੇ ਜੋਗੀ ਜੀ ਨੂੰ ਫੁੱਟੀ ਅੱਖ ਵੀ ਨਹੀਂ ਪਾਉਂਦੇ। ਅੱਛਾ ਜੀ। ਯੋਗੀ ਦੇ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਕਿ ਇਹ ਸਭ ਕਿਸਾਨ ਅੰਦੋਲਨ ਦੀ ਬਦੌਲਤ ਹੈ। ਜੀ ਔਰ ਕਿਸਾਨ ਅੰਦੋਲਨ ਜਿਹੜਾ ਅੱਜ ਉਹਨਾਂ ਨੇ ਕਿਸਾਨਾਂ ਨੇ ਕਹਿ ਦਿੱਤਾ ਕਿ 6.5 ਮਹੀਨੇ ਹੋ ਗਏ, 6.5 ਮਹੀਨੇ ਪੂਰੇ ਹੋਣ ਦੇ ਉੱਤੇ ਸਾਡੇ ਹੌਸਲੇ ਬਰਕਰਾਰ ਹੈ। ਜੀ ਅਸੀਂ ਅਗਾਂਹ ਨੂੰ ਵਧਾਂਗੇ। ਹੁਣ ਅਸੀਂ ਜਿੱਤ ਰਹੇ ਹਾਂ ਤੇ ਸਰਕਾਰ ਹਾਰ ਰਹੀ ਹੈ। ਜੀ ਸਰਕਾਰ ਟੁੱਟ ਰਹੀ ਹੈ, ਸੱਚਮੁੱਚ ਸਰਕਾਰ ਟੁੱਟ ਰਹੀ ਹੈ। ਸਰਕਾਰ ਇਸ ਵੇਲੇ ਜਿਹੜੀ ਹੈਗੀ ਹੈ ਭੰਬਲ ਭੁੱਸੇ 'ਚ ਪਈ ਹੈ, ਤੇ ਇਹਨੂੰ ਕਰੀਏ ਕਿਵੇਂ। ਇੱਕ ਪਾਸੇ ਕਾਰਪੋਰੇਟ ਘਰਾਣੇ, ਦੂਜੇ ਪਾਸੇ ਜਿਹੜੇ ਹੈਗੇ ਕਿਸਾਨ ਹੈ, ਅਸੀਂ ਜਾਈਏ ਕਿਹੜੇ ਪਾਸੇ। ਸੋ ਉਸ ਵੇਲੇ ਇਹ ਚਾਰਜ ਸ਼ੀਟ ਆਉਂਦੀ ਹੈ। ਇਹ ਚਾਰਜ ਸ਼ੀਟ ਪੇਸ਼ ਤਾਂ ਭਾਵੇਂ ਕਈ ਦਿਨ ਪਹਿਲਾਂ ਕੀਤੀ ਹੈ। ਹੁਣ ਇਸ ਚਾਰਜ ਸ਼ੀਟ ਰਾਹੀਂ ਕਿਹਾ ਜੀ ਤੱਕ ਬਹੁਤ ਵੱਡੀ ਸਾਜ਼ਿਸ਼ ਸੀ। ਕਿਸਾਨ ਇਹ ਚਾਹੁੰਦੇ ਸੀ ਕਿ ਲਾਲ ਕਿਲੇ ਤੇ ਕਬਜ਼ਾ ਕਰ ਲਿਆ ਜਾਵੇ, ਔਰ ਲਾਲ ਕਿਲੇ ਤੇ ਕਬਜ਼ਾ ਕਰਕੇ ਲਾਲ ਕਿਲੇ ਨੂੰ ਇੱਕ ਨਵੇਂ ਮੋਰਚੇ ਦੇ ਵਿੱਚ ਤਬਦੀਲ ਕੀਤਾ ਜਾਵੇ। ਕਿਹੋ ਜਿਹਾ ਮੋਰਚਾ? ਜਿਹੋ ਜਿਹਾ ਟਿਕਰੀ ਲੱਗਿਆ, ਜਿਹੋ ਜਿਹਾ ਸਿੰਘੂ ਲੱਗਿਆ, ਜਿਹੋ ਜਿਹਾ ਗਾਜੀਪੁਰ ਲੱਗਿਆ, ਜਿਹੋ ਜਿਹਾ ਸ਼ਾਹਜਹਾਂਪੁਰ ਲੱਗਿਆ ਹੋਇਆ, ਜਿਹੋ ਜਿਹਾ ਪਲਵਲ ਲੱਗਿਆ ਹੋਇਆ, ਵੀ ਉਹਦੇ ਤਰੀਕੇ ਇੱਕ ਮੋਰਚਾ ਦਿੱਲੀ ਦੇ ਅੰਦਰੋਂ ਮੋਰਚਾ ਲਾਇਆ ਜਾਵੇ। ਤੇ ਫਿਰ ਜਿਹੜੀ ਦਲੀਲ ਦਿੱਤੀ ਹੈ ਦਿੱਲੀ ਦੀ ਪੁਲਿਸ ਨੇ, ਕਮਾਲ ਹੈ ਜੀ। ਕਹਿੰਦੇ ਜੀ ਅਸੀਂ 19-20 ਤੇ 20-21 ਦੇ ਕਹਿੰਦੇ ਜਿਹੜੇ ਮਾਲੀ ਸਾਲ ਹੈਗੇ, ਇਹਨਾਂ ਮਾਲੀ ਸਾਲਾਂ ਦੇ ਕਹਿੰਦੇ ਜੀ ਅਸੀਂ ਜਾਇਜ਼ਾ ਲਿਆ। ਇਹਨਾਂ ਸਮੇਂ ਦੇ ਦੌਰਾਨ ਹਰਿਆਣੇ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਟਰੈਕਟਰ ਖਰੀਦੇ ਗਏ। ਅੱਛਾ ਜੀ। ਉਹ ਟਰੈਕਟਰ ਕਹਿੰਦੇ ਇਸ ਕੰਮ ਵਾਸਤੇ ਖਰੀਦੇ ਗਏ ਵੀ ਉਹਨਾਂ ਨੇ ਲਾਲ ਕਿਲੇ ਤੇ ਆਉਣਾ ਸੀ। ਟਰੈਕਟਰ ਤਾਂ ਅੱਜ ਜ਼ਿਮੀਂਦਾਰਾਂ ਦੀ ਲੋੜ ਹੈ। ਬਿਲਕੁਲ। ਟਰੈਕਟਰ ਤੁਸੀਂ ਬਣਾਉਣੇ ਹੋ, ਤੁਹਾਡੇ ਕਾਰਖਾਨੇ ਬਣਾਉਂਦੇ ਆ, ਤੁਹਾਨੂੰ ਉਹਦੇ ਤੋਂ ਆਮਦਨ ਹੁੰਦੀ ਹੈ, ਤੁਸੀਂ ਟੈਕਸ ਲੈਂਦੇ ਹੋ, ਤੁਸੀਂ ਉਹਨਾਂ ਦੀ ਪਬਲਿਸਿਟੀ ਕਰਦੇ ਹੋ। ਬਿਲਕੁਲ ਜੀ। ਟਰੈਕਟਰ ਜੇ ਕਿਸਾਨਾਂ ਨੇ ਲੈ ਲਏ, ਕਿਸਾਨਾਂ ਦੇ ਸਿਰ ਕਰਜ਼ਾ ਵੀ ਚੜਿਆ ਹੈ, ਉਹਨਾਂ ਕਰਜ਼ਿਆਂ ਦੀ ਵਜ੍ਹਾ ਕਾਰਨ ਉਹਨਾਂ ਨੂੰ ਸਲਫਾਸ ਵੀ ਖਾਣੀ ਪੈਂਦੀ, ਉਹਨਾਂ ਨੂੰ ਫਾਹੇ ਵੀ ਲੈਣੇ ਪੈਂਦੇ ਹੈ। ਸੋ ਇਹ ਜਿਹੜਾ ਬਣਾਇਆ ਇਹਨਾਂ ਨੇ ਕਿ ਜੀ ਇੱਕ ਨਵਾਂ ਮੋਰਚੇ ਦੇ ਰੂਪ ਦੇ ਵਿੱਚ ਦਿੱਲੀ ਦੇ ਵਿੱਚ ਜਾਣ ਵਾਲੀ ਗੱਲ ਸੀ। ਅਸਲ ਦੇ ਵਿੱਚ ਕਿਸਾਨ ਅੰਦੋਲਨ ਨੂੰ ਡਿਫੇਮ ਕਰਨ ਵਾਸਤੇ, ਬਦਨਾਮ ਕਰਨ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ। ਜੀ ਬਿਲਕੁਲ ਜੀ। ਸੋ ਖਬਰਾਂ ਦੇ ਉੱਤੇ ਝਾਤ ਪਾਉਣ ਦੇ ਲਈ, ਉਹਨਾਂ ਦੇ ਬਾਰੇ ਹੋਰ ਜਾਣਕਾਰੀ ਸਾਂਝਾ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਬਖਤੌਰ ਸਿੰਘ ਢਿੱਲੋਂ ਜੀ ਤੁਹਾਡਾ। ਜੀ ਮਿਹਰਬਾਨੀ ਜੀ। ਸੋ ਇਹ ਸਨ ਸੀਨੀਅਰ ਪੱਤਰਕਾਰ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ, ਜੋ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਰਹੇ, ਅਤੇ ਉਹਨਾਂ ਨੇ ਬਹੁਤ ਅਹਿਮ ਖਬਰਾਂ ਜਿਹੜੀਆਂ ਭਾਵੇਂ ਕਿ ਪੰਜਾਬ ਦੀ ਸਿਆਸਤ ਤੋਂ ਸੀ, ਭਾਵੇਂ ਉਹ ਰਾਸ਼ਟਰੀ ਜਿਹੜੀ ਹੈ ਕੌਮੀ ਪੱਧਰ ਦੀ ਜਿਹੜੀ ਸਿਆਸਤ ਹੈ ਉਸ ਤੋਂ ਸੀ, ਅਤੇ ਜਾਂ ਫਿਰ ਕਰੋਨਾ ਮਹਾਂਮਾਰੀ ਅਤੇ ਕਿਸਾਨ ਅੰਦੋਲਨ ਬਾਰੇ ਸੀ। ਸੋ ਸਾਰੀਆਂ ਹੀ ਖਬਰਾਂ ਬਾਰੇ ਬਹੁਤ ਡਿਟੇਲ ਦੇ ਵਿੱਚ ਚਰਚਾ ਕੀਤੀ। ਸੋ ਇਹ ਸੀ ਬਖਤੌਰ ਸਿੰਘ ਢਿੱਲੋਂ ਜੀ। ਅਤੇ ਹੁਣ ਮੈਂ ਤੁਹਾਡੇ ਨਾਲ ਦੱਸਣਾ ਚਾਹੂੰਗਾ ਕਿ ਇੱਥੇ ਹੀ ਹੁਣ ਅਸੀਂ ਪ੍ਰੋਗਰਾਮ ਨੂੰ ਸਮਾਪਤ ਕਰਾਂਗੇ। ਸੋ ਫਿਲਹਾਲ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਅੱਜ ਦੇ ਲਈ ਇੰਨਾ ਹੀ, ਅਤੇ ਹੁਣ ਅਸੀਂ ਮਿਲਾਂਗੇ ਜੀ ਸੋਮਵਾਰ ਨੂੰ। ਸੋ ਤਦ ਤੱਕ ਦੇ ਲਈ ਆਪ ਸਭ ਆਪਣਾ ਖਿਆਲ ਰੱਖਣਾ ਜੀ, ਅਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸ਼ਮਾਦਾਨ।